ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁਬਦਾ ਪੱਥਰ ਲੀਜੈ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁਬਦਾ ਪੱਥਰ ਲੀਜੈ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁਬਦੇ ਪੱਥਰ ਤਾਰੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨ ਭਰਿਆ ਰੇ। ਸਾਰੇ ਕਰਿਓ ਕਿਰਪਾ ਇੱਕ ਵਾਰ, ਜਿੰਨੇ ਗੁਰੂ ਦੀ ਗੋਦ ਵਿੱਚ ਸਜੇ ਬੈਠੇ ਹਨ। ਕੋਈ ਵੀ ਰਸਨਾ ਐਸੀ ਨਾ ਹੋਵੇ ਜੋ ਸਤਿਗੁਰਾਂ ਦੇ ਪਾਵਨ ਬੋਲਾਂ ਨਾਲ ਸਾਂਝ ਨਾ ਬਣਾਵੇ। ਸਾਰੇ ਸਾਥ ਦਿਓ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਤੀ। ਗੱਜ ਕੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਤੀ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨ ਭਰਿਆ ਰੇ। ਦਿਨ ਦੁਨੀ ਦੇ ਮਾਲਕ, ਹਲਤ ਪਲਤ ਸਵਾਰ ਦੇਣਹਾਰ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਅੰਦਰ ਸੁਭਾਇਮਾਨ ਗੁਰੂ ਕੇ ਪਿਆਰਿਓ, ਸਾਹਿਬਾਂ ਦੀ ਪਾਵਨ ਪਵਿੱਤਰ ਗੋਦ ਅੰਦਰ ਸਜਦਿਆਂ ਪਿਛਲੇ ਕਈ ਦਿਨਾਂ ਤੋਂ ਜਿੱਥੇ ਸਤਿਗੁਰਾਂ ਦੀ ਮੁਬਾਰਕ ਬਾਣੀ ਦੇ ਹਰੀ ਜਸ ਨਾਲ ਜੁੜ ਰਹੇ ਹਾਂ, ਉੱਥੇ ਅੱਜ ਦੇ ਇਸ ਦੀਵਾਨ ਵਿੱਚ ਸਤਿਗੁਰਾਂ ਦੀ ਮੁਬਾਰਕ ਬਾਣੀ ਪਾਠ ਰੂਪ ਵਿੱਚ, ਉਪਰੰਤ ਗੁਰੂ ਕੇ ਸਵਾਰਿਆਂ ਨੇ ਹਰੀ ਜਸ ਕੀਰਤਨ ਅਦਬ ਸਹਿਤ ਸ਼ਰਵਣ ਕਰਵਾਇਆ ਹੈ। ਕੁਝ ਘੜੀਆਂ ਸਾਹਿਬਾਂ ਦੀ ਪਾਵਨ ਪਵਿੱਤਰ ਵਿਚਾਰ ਨਾਲ ਜੁੜਨ ਦਾ ਸਬੱਬ ਬਣਿਆ ਹੈ। ਆਓ ਇੱਕ ਵਾਰ ਵਿਚਾਰ ਆਰੰਭਣ ਤੋਂ ਪਹਿਲਾਂ ਸਾਰੇ ਗੁਰੂ ਘਰ ਦੀ ਮਰਿਆਦਾ ਨਿਭਾ ਲਈਏ। ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਉਹ ਪਿਆਰੀ ਤੇ ਮਿੱਠੀ ਅਸੀਸ ਨੂੰ ਦੁਹਰਾਈਏ। ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੂੰ ਸਜਦਾ ਕਰਦਾ ਸਿੱਖ ਪੂਰੇ ਸੰਸਾਰ ਭਰ ਵਿੱਚ ਵਸਦਾ ਇਹ ਗੱਲ ਲਗਭਗ ਦਿਨ 'ਚ 2 ਵਾਰ ਦੁਹਰਾਉਂਦਾ ਹੈ ਵੀ ਜੇ ਸਿੱਖ ਨੇ ਰੱਬ ਜੀ ਦੇ ਰਾਹ ਤੇ ਚੱਲਣਾ, ਸਿੱਖ ਨੇ ਉਸ ਪ੍ਰਮਾਤਮਾ ਦੇ ਰਾਹ ਤੇ ਚੱਲਣਾ ਹੈ, ਤੇ ਇਹਨੂੰ ਸ਼ਬਦ ਨਾਲ ਸਾਂਝ ਬਣਾਉਣੀ ਪਏਗੀ। ਤੁਹਾਨੂੰ ਸਾਰਿਆਂ ਨੂੰ ਯਾਦ ਹੈ, ਤੁਸੀਂ ਸਾਰੇ ਹੀ ਪੜ੍ਹਦੇ ਹੋ
ਅਰਦਾਸ ਦੀ ਸਮਾਪਤੀ ਤੋਂ ਬਾਅਦ ਜਦੋਂ ਅਸੀਂ ਦੋਹਰਾ ਪੜ੍ਹਦੇ ਹਾਂ ਤੇ ਬੜੇ ਪਿਆਰੇ ਸ਼ਬਦ ਤੁਸੀਂ ਦੁਹਰਾਉਂਦੇ ਹੋ ਹਮੇਸ਼ਾ ਹੀ, ਜੋ ਪ੍ਰਭੂ ਕੋ ਮਿਲਬੋ ਚਾਹੈ, ਗੱਜ ਕੇ ਬੋਲੋ ਅੱਗੇ, ਜੋ ਪ੍ਰਭੂ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੈ। ਇਹਦਾ ਮਤਲਬ ਇਹ ਹੋਇਆ ਵੀ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਗੱਲ ਸਮਝਾਈ ਹੈ ਵੀ ਜੇ ਰੱਬ ਨੂੰ ਮਿਲਣਾ ਹੈ ਤੇ ਸ਼ਬਦ ਵਿੱਚੋਂ ਲੱਭੀ। ਇੱਕ ਗੱਲ ਤਾਂ ਸਪਸ਼ਟ ਹੋ ਗਈ ਵੀ ਸ਼ਬਦ ਤੋਂ ਇਲਾਵਾ ਹੋਰ ਕੋਈ ਸਾਧਨ ਨਹੀਂ ਹੈ ਰੱਬ ਦੇ ਰਾਹ ਤੇ ਪਾਉਣ ਵਾਲਾ, ਔਰ ਇਹ ਕੋਈ ਔਖੀ ਗੱਲ ਨਹੀਂ ਹੈ। ਇਹ ਨਿੱਕੇ ਜਿਹੇ ਬੱਚੇ ਨੂੰ ਵੀ ਸਮਝ ਆਉਂਦੀ ਹੈ, ਇਹ ਬਜ਼ੁਰਗ ਨੂੰ ਵੀ ਸਮਝ ਆਉਂਦੀ ਹੈ, ਇਹ ਨੌਜਵਾਨ ਨੂੰ ਵੀ ਸਮਝ ਆਉਂਦੀ ਹੈ, ਇਹ ਪੜ੍ਹੇ ਨੂੰ ਵੀ ਸਮਝ ਆਉਂਦੀ ਹੈ ਤੇ ਇਹ ਘੱਟ ਪੜ੍ਹੇ ਨੂੰ ਵੀ ਸਮਝ ਆਉਂਦੀ ਹੈ। ਕੋਈ ਔਖੀ ਗੱਲ ਨਹੀਂ। ਇਹ ਨਹੀਂ ਵੀ ਇਹਦੇ 'ਚ ਕੋਈ ਬਹੁਤ ਫਿਲਾਸਫੀ ਹੈ, ਇਹਦੇ 'ਚ ਬਹੁਤ ਕੋਈ ਗੰਭੀਰਤਾ ਨਾਲ ਸੋਚਾਂਗੇ ਤੇ ਫਿਰ ਪਤਾ ਲੱਗੇਗਾ ਵੀ ਮਹਾਰਾਜ ਕੀ ਕਹਿੰਦੇ ਨੇ। ਸਿੰਪਲ ਗੱਲ ਹੈ। ਮਹਾਰਾਜ ਕਹਿੰਦੇ ਜੋ ਪ੍ਰਭੂ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੈ। ਤੇ ਸ਼ਬਦ ਉਹ ਹੈ ਜਿਹੜਾ ਗੁਰੂ ਸਾਹਿਬ ਜੀ ਨੇ 239 ਸਾਲ ਦੀ ਮਿਹਨਤ ਕਰਕੇ ਸਾਡੀ ਝੋਲੀ 'ਚ ਪਾਇਆ ਤੇ ਸਾਨੂੰ ਇਹ ਗੱਲ ਜਾਣ ਲੱਗਿਆ ਇਤਿਹਾਸ ਦੇ ਪੰਨਿਆਂ 'ਚ ਦੁਹਰਾ ਗਏ ਵੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਣ ਇਹ ਗੱਲ ਬੜੇ ਸੌਖੇ ਜਿਹੇ ਸ਼ਬਦਾਂ 'ਚ ਹੀ ਸਮਝ ਆ ਰਹੀ ਹੈ ਵੀ ਰੱਬ ਨੂੰ ਮਿਲਣਾ ਹੈ ਤੇ ਸ਼ਬਦ ਰਾਹੀਂ ਮਿਲਣਾ ਹੈ। ਫਿਰ ਸ਼ਬਦ ਦੇ ਸ਼ਰੀਕ ਪੈਦਾ ਕਿੱਦਾਂ ਹੋ ਗਏ, ਇਹ ਸਵਾਲ ਹੈ। ਜੇ ਸ਼ਬਦ ਨਾਲ ਮਿਲਣਾ ਹੈ, ਗੁਰੂ ਸਾਹਿਬ ਕਹਿੰਦੇ ਸ਼ਬਦ ਰਾਹੀਂ ਮਿਲਿਆ ਜਾਣਾ ਹੈ, ਫਿਰ ਅਸੀਂ ਸ਼ਬਦ ਦੇ ਮੁਕਾਬਲੇ ਤੇ ਕਿਸੇ ਬੰਦੇ ਨੂੰ, ਕਿਸੇ ਵਿਅਕਤੀ ਨੂੰ, ਕਿਸੇ ਕੋਈ ਵੀ ਚੀਜ਼ ਨੂੰ ਕਿਵੇਂ ਥਾਂ ਦੇ ਦਿੱਤੀ, ਜਦੋਂ ਸਪਸ਼ਟ ਲਿਖਿਆ ਵੀ ਸ਼ਬਦ ਰਾਹੀਂ ਮਿਲਿਆ ਜਾ ਸਕਦਾ ਹੈ। ਮੇਰੇ ਵਰਗਾ ਕੋਈ ਬੰਦਾ ਸਪੀਕਰ ਤਾਂ ਹੋ ਸਕਦਾ, ਕਹਿਣ ਵਾਲਾ ਤੇ ਹੋ ਸਕਦਾ, ਪਰ ਮੇਰੇ ਵਰਗਾ ਕੋਈ ਬੰਦਾ ਤੁਹਾਨੂੰ ਰੱਬ ਨੂੰ ਮਿਲਾ ਨਹੀਂ ਸਕਦਾ। ਜੇ ਮੈਂ ਕਹਾਂ ਵੀ ਮੈਂ ਕਿਸੇ ਨੂੰ ਰੱਬ ਨੂੰ ਮਿਲਾ ਸਕਦਾ ਤੇ ਗੁਰੂ ਸਾਹਿਬ ਜੀ ਨੇ ਬਾਣੀ 'ਚ ਕਿਹਾ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਬੰਦੇ ਦੀ ਟੇਕ ਤੇ ਵਿਅਰਥ ਹੈ। ਜੇ ਬੰਦੇ ਦੇ ਮਗਰ ਲੱਗੇਗਾ ਤੇ ਮਹਾਰਾਜ ਨੇ ਇੱਥੋਂ ਤੱਕ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ 'ਚ ਹਜ਼ੂਰ ਨੇ ਵਰਤੇ ਨੇ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਮਾਨੁਖ ਪੈ ਕਰੋ ਬੇਨੰਤੀ, ਵਾਹ ਜੀ ਵਾਹ, ਕਿੱਡੇ ਪਿਆਰੇ ਸ਼ਬਦ ਨੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਕਹਿੰਦੇ ਜਿਸ ਕਿਸੇ ਬੰਦੇ ਕੋਲ ਬਿਪਤਾ ਦੁੱਖ ਲੈ ਕੇ ਜਾਏਗਾ ਨਾ, ਤੇ ਇੱਕ ਗੱਲ ਯਾਦ ਰੱਖੀ, ਉਹ ਤੇ ਪਹਿਲਾਂ ਹੀ ਬਿਪਤਾਵਾਂ ਨਾਲ ਭਰਿਆ ਪਿਆ, ਜੋ ਜੋ ਦੀਸੈ ਸੋ ਸੋ ਰੋਗੀ। ਤੇ ਮਹਾਰਾਜ ਕੋਈ ਰੋਗ ਰਹਿਤ ਵੀ ਹੋਣਾ, ਜਿਹਨੂੰ ਕੋਈ ਰੋਗ ਨਹੀਂ ਹੋਏਗਾ, ਤੇ ਕਹਿੰਦੇ ਹਾਂ ਹੈਗਾ, ਉਹ ਵੀ ਹੈਗਾ, ਪਰ ਤੇਰੀ ਬਦਕਿਸਮਤੀ ਹੈ ਤੂੰ ਮਿਲਦਾ ਹੀ ਰੋਗੀਆਂ ਨੂੰ ਜਾ ਕੇ ਆ, ਤੇਰਾ ਰਿਸ਼ਤਾ ਹੀ ਰੋਗੀਆਂ ਨਾਲ ਜੁੜਦਾ, ਤੈਨੂੰ ਬੰਦੇ ਲੈ ਕੇ ਹੀ ਰੋਗੀਆਂ ਕੋਲ ਜਾਂਦੇ ਨੇ। ਹੁਣ ਕਿੰਨਾ ਪਿਆਰਾ ਸ਼ਬਦ ਹੈ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇੱਕ ਰੋਗ ਰਹਿਤ ਰੱਬ ਨੂੰ ਮਿਲਿਆ ਹੋਇਆ ਜੋਗੀ ਵੀ ਹੈਗਾ, ਜਿਹੜਾ ਸਿਰਫ ਤੇ ਸਿਰਫ ਸਤਿਗੁਰੂ ਹੈ। ਪਰ ਅਸੀਂ ਸਤਿਗੁਰੂ ਨਾਲ ਰਿਸ਼ਤਾ ਹੀ ਨਹੀਂ ਬਣਾ ਸਕੇ। ਕਿੱਡੀ ਬਦਕਿਸਮਤੀ ਹੈ। ਸਾਡਾ ਸਤਿਗੁਰੂ, ਕਿੰਨੇ ਪਿਆਰੇ ਸ਼ਬਦ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਜਿਸ ਮਿਲੇ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ। ਜਿਸ ਗੁਰੂ ਪਾਤਸ਼ਾਹ ਨੂੰ ਮਿਲ ਕੇ ਮਨ ਵਿੱਚ ਆਨੰਦ ਪੈਦਾ ਹੁੰਦਾ ਹੈ, ਉਸ ਗੁਰੂ ਦੀਆਂ ਗੱਲਾਂ ਤੇ ਸਦਾ ਹੀ ਕਰਦੇ ਰਹਿਣਾ ਚਾਹੀਦਾ ਹੈ। ਸੋ ਸਤਿਗੁਰ ਕਹੀਏ ਦਾ ਮਤਲਬ ਹੈ ਉਸ ਗੁਰੂ ਦੀਆਂ ਗੱਲਾਂ ਹਰ ਵੇਲੇ ਕਰਦੇ ਰਹਿਣਾ ਚਾਹੀਦਾ ਹੈ। ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੈ। हे ਸਾਹਿਬ ਸੱਚੇ ਪਾਤਸ਼ਾਹ ਜੀ, हे ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, हे ਅਕਾਲ ਪੁਰਖ ਵਾਹਿਗੁਰੂ ਜੀ, ਮੇਰੇ ਤੇ ਇੱਕ ਰਹਿਮਤ ਕਰੋ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਮੈਂ ਤੁਹਾਨੂੰ ਹੀ ਚੇਤੇ ਕਰਦਾ ਰਵਾਂ। ਤੇ ਤੁਹਾਨੂੰ ਚੇਤੇ ਕਰਨ ਦਾ ਮਤਲਬ ਕੀ ਹੁੰਦਾ ਹੈ? ਮਤਲਬ ਇਹ ਨਹੀਂ ਹੁੰਦਾ ਵੀ ਸਿਰਫ ਗੁਰੂ ਕਹਿ ਲਿਆ, ਰੱਬ ਕਹਿ ਲਿਆ, ਨਾਨਕ ਪਿਤਾ ਜੀ ਕਹਿ ਲਿਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿ ਲਿਆ, ਇਹਨੂੰ ਚੇਤੇ ਕਰਨਾ ਥੋੜੀ ਕਹਿੰਦੇ ਨੇ। ਐ ਥੋੜੀ ਚੇਤੇ ਹੁੰਦਾ। ਚੇਤੇ ਕਿਵੇਂ ਹੁੰਦਾ? ਜੇ ਤੇ ਕੋਈ ਗੁਰੂ ਗੁਰੂ ਕਰ ਰਿਹਾ ਤੇ ਗੁਰੂ ਸਾਹਿਬ ਪਾਤਸ਼ਾਹ ਜੀ ਕਹਿੰਦੇ ਉਹ ਗੁਰੂ ਨੂੰ ਜਾਣ ਨਹੀਂ ਰਿਹਾ ਤੇ ਉਹ ਵਿਅਰਥ ਹੈ। ਗੁਰ ਗੁਰ ਹਰ ਹਰ ਕਰਤਾਰੇ, ਹਰ ਆਰਾਧਨਾ ਜਾਨਾ ਨੇ।
ਗੁਰੂ ਗੁਰੂ ਕਰ ਰਿਹਾ, ਹਰੀ ਹਰੀ ਕਰ ਰਿਹਾ, ਪਰ ਹਰੀ ਨੂੰ ਆਰਾਧਣਾ ਹੀ ਨਹੀਂ ਆ ਰਿਹਾ, ਉਹਨੂੰ ਹਰੀ ਨੂੰ ਸਮਝਣਾ ਹੀ ਨਹੀਂ ਆ ਰਿਹਾ। ਤੇ ਜਿਹੜਾ ਮਹਾਰਾਜ ਸਮਝਣਾ ਜਾਣਦਾ ਉਹ ਕਿੱਦਾਂ ਦਾ ਹੁੰਦਾ, ਉਹਦੀ ਵੀ ਆਖਿਆ ਵੀ ਮਹਾਰਾਜ ਨੇ ਬਾਣੀ 'ਚ ਦਿੱਤੀ ਹੈ, ਸ਼ਬਦ ਨਾਲ ਰਿਸ਼ਤਾ ਹੀ ਨਹੀਂ ਨਾ ਬਣਾਇਆ, ਅਸੀਂ ਸ਼ਬਦ ਤੱਕ ਪਹੁੰਚ ਹੀ ਨਹੀਂ ਕੀਤੀ, ਅਸੀਂ ਸ਼ਬਦ ਤੋਂ ਦੂਰ ਭੱਜਣਾ ਚਾਹੁੰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਤੋਂ ਡਰ ਲੱਗਣ ਲੱਗ ਪਿਆ ਸਿੱਖਾਂ ਨੂੰ, ਸਿੱਖ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰੀ ਬਣਾ ਕੇ ਰੱਖਣਾ ਚਾਹੁੰਦਾ ਹੈ, ਭੱਜ ਰਹੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ। ਹਾਏ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਗੇ ਨਹੀਂ ਜਾਣਾ, ਹਾਏ ਮੈਂ ਬਾਣੀ ਨਹੀਂ ਪੜ੍ਹਨੀ, ਮੈਂ ਨਹੀਂ ਪੜ੍ਹ ਸਕਦਾ ਬਾਣੀ। ਕਿਉਂ ਨਹੀਂ ਪੜ੍ਹ ਸਕਦਾ ਬਾਣੀ ਵੀ ਤੂੰ? ਮਹਾਰਾਜ ਜਦੋਂ ਨਿਤ ਆਵਾਜ਼ਾਂ ਮਾਰਦੇ ਨੇ ਤੈਨੂੰ, ਆਓ ਸਿੱਖ ਸਤਿਗੁਰ ਕੇ ਪਿਆਰਿਓ ਗਾਓ ਸੱਚੀ ਬਾਣੀ, ਜਦੋਂ ਗੁਰੂ ਸਾਹਿਬ ਤੈਨੂੰ ਆਵਾਜ਼ਾਂ ਮਾਰ ਮਾਰ ਕੇ ਕਹਿ ਰਹੇ ਨੇ, ਤੇ ਤੈਨੂੰ ਇਦਾਂ ਕਿਉਂ ਲੱਗਦਾ ਵੀ ਤੂੰ ਨਹੀਂ ਪੜ੍ਹ ਸਕਦਾ? ਕਿਉਂਕਿ ਕਿਸੇ ਨੇ ਤੇਰੇ ਦਿਮਾਗ 'ਚ ਇਹ ਗੱਲ ਪਾ ਦਿੱਤੀ ਹੈ ਵੀ ਤੂੰ ਬਾਣੀ ਪੜ੍ਹੇਗਾ, ਤੇਰੇ ਤੋਂ ਬਾਣੀ ਪੜ੍ਹੀ ਨਹੀਂ ਜਾਣੀ, ਕਿਉਂਕਿ ਬਾਣੀ ਪੜ੍ਹਨ ਲਈ ਤਾਂ ਕੋਈ ਖਾਸ ਬੰਦੇ ਹੀ ਹੁੰਦੇ ਨੇ। ਤੇ ਮੈਨੂੰ ਦੱਸਿਓ, ਬਾਬੇ ਨਾਨਕ ਦੇ ਜਨਮ ਤੋਂ ਪਹਿਲਾਂ ਭਾਰਤ ਦੀ ਧਰਤੀ 'ਚ, ਇਸ ਮੁਲਕ ਵਿੱਚ ਬ੍ਰਾਹਮਣ ਕਹਿੰਦਾ ਸੀ ਰੱਬ ਦੀਆਂ ਗੱਲਾਂ ਕੋਈ ਖਾਸ ਬੰਦਾ ਹੀ ਕਰ ਸਕਦਾ ਹੈ, ਤੇ ਅੱਜ ਸਿੱਖ ਵੀ ਕਹਿ ਰਹੇ ਬਾਣੀ ਕੋਈ ਖਾਸ ਹੀ ਪੜ੍ਹ ਸਕਦਾ ਹੈ। ਕੀ ਫਰਕ ਹੈ ਤੁਹਾਡੇ ਤੇ ਉਹਨਾਂ 'ਚ? ਚੇਂਜ ਕੀ ਹੈ, ਤਬਦੀਲੀ ਕੀ ਹੈ? ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਮੇਰੇ ਦਾਤੇ ਨੇ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲਿਆਂਦਾ, ਇਕੱਠਿਆਂ ਬਿਠਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਦੇ 'ਚ ਬਾਬੇ ਰਵਿਦਾਸ ਜੀ ਦੀ ਬਾਣੀ ਦਰਜ ਕਰਤੀ, ਇਹਦੇ 'ਚ ਭਗਤ ਨਾਮਦੇਵ ਜੀ ਦੀ ਬਾਣੀ ਦਰਜ ਕਰ ਦਿੱਤੀ, ਇਹਦੇ 'ਚ ਭਗਤ ਸੈਣ ਜੀ ਦੀ ਬਾਣੀ ਦਰਜ ਕਰ ਦਿੱਤੀ, ਇਹਦੇ 'ਚ ਭਗਤ ਪੀਪਾ ਜੀ ਦੀ ਬਾਣੀ ਦਰਜ, ਸਾਰਿਆਂ ਨੂੰ ਤੇ ਇੱਕ ਥਾਂ ਤੇ ਬਿਠਾ ਦਿੱਤਾ, ਤਾਂ ਕਿ ਅਸੀਂ ਇੱਕ ਮਾਡਲ ਤਾਂ ਸਿਰਜ ਸਕੀਏ ਦੁਨੀਆ 'ਚ, ਇੱਕ ਸਮਾਜ ਨੂੰ ਆਈਡੀਆ ਤਾਂ ਦੇ ਸਕੀਏ, ਸਮਾਜ ਦੇ ਸਾਹਮਣੇ ਇੱਕ ਰੂਪ ਰੇਖਾ ਤਾਂ ਸਿਰਜ ਸਕੀਏ ਵੀ ਧਰਮ ਸਾਰਿਆਂ ਦਾ ਸਾਂਝਾ ਹੁੰਦਾ ਹੈ। ਔਰ ਇੱਥੋਂ ਤੱਕ ਲਿਖਿਆ ਮਹਾਰਾਜ ਨੇ ਬਾਣੀ ਦੇ ਅੰਦਰ ਸ਼ਬਦ ਵਰਤੇ, ਸ਼ਬਦਾਂ ਦੇ ਰਾਹੀਂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਉਹ ਭਾਈ ਕਿਸੇ ਖਾਸ ਦਾ ਰੱਬ ਹੁੰਦਾ ਹੈ ਤੇ ਕਿਸੇ ਖਾਸ ਦੇ ਆਖੇ ਰੱਬ ਲੱਗਦਾ ਹੈ। ਇਹ ਗੱਲਾਂ ਕਰਨ ਵਾਲਿਆ, ਤੈਨੂੰ ਐ ਕਿਉਂ ਲੱਗਦਾ ਵੀ ਰੱਬ ਕਿਸੇ ਦੇ ਬਾਪ ਦੀ ਜਾਇਦਾਦ ਹੈ, ਰੱਬ ਕਿਸੇ ਦੀ ਮਲਕੀਅਤ ਹੈ? ਤੈਨੂੰ ਐ ਕਿਉਂ ਲੱਗਦਾ? ਕਿਉਂਕਿ ਅੱਜ ਤੇ ਐਂ ਹੀ ਲੱਗਦਾ ਨਾ ਵੀ ਰੱਬ ਕਿਸੇ ਬੰਦੇ ਦੇ ਮੁੱਠੀ 'ਚ ਫੜਿਆ ਹੋਇਆ, ਉਹਦੇ ਕਹਿਣ ਤੇ ਦਿਆਲੂ ਹੁੰਦਾ, ਉਹਦੇ ਕਹਿਣ ਤੇ ਕਰੋਪ ਹੋ ਜਾਂਦਾ, ਉਹਦੇ ਕਹਿਣ ਤੇ ਨਾਰਾਜ਼ ਹੋ ਜਾਂਦਾ। ਰੱਬ ਕਿਸੇ ਦੀ ਕਠਪੁਤਲੀ ਥੋੜੀ ਹੈ। ਜੇ ਰੱਬ ਵੀ ਬੰਦਿਆਂ ਦੇ ਹਿਸਾਬ ਨਾਲ ਚੱਲਣਾ ਹੈ, ਫਿਰ ਬੰਦੇ 'ਚ ਤੇ ਰੱਬ 'ਚ ਕੀ ਫਰਕ ਰਹਿ ਜਾਣਾ? ਤੇ ਅਸੀਂ ਰੱਬ ਨੂੰ ਆਪਣੇ ਢੰਗ ਨਾਲ ਚਲਾ ਰਹੇ ਹਾਂ, ਔਰ ਆਪਣੇ ਰੱਬ ਬਣਾ ਲਿਆ ਅਸੀਂ। ਕਿੰਨੇ ਰੱਬ ਨੇ ਇੱਥੇ, ਕਿਸੇ ਦਾ ਕਿਸੇ ਤਰ੍ਹਾਂ ਦਾ ਰੱਬ ਹੈ, ਕਿਸੇ ਦਾ ਕਿਸੇ ਤਰ੍ਹਾਂ ਦਾ ਰੱਬ ਹੈ, ਕਿਸੇ ਦਾ ਕਿਸੇ ਤਰ੍ਹਾਂ ਨਾਲ ਰੱਬ ਰੀਝਦਾ ਹੈ, ਕਿਸੇ ਦਾ ਕਿਸੇ ਤਰ੍ਹਾਂ ਨਾਲ ਰੱਬ ਰੀਝਦਾ ਹੈ। ਕਿੱਡੀ ਅਜੀਬ ਉਲਝਣ ਵਿੱਚ ਪਾ ਲਿਆ ਸਾਨੂੰ ਸਾਰੇ ਜਗਤ ਨੂੰ। ਤੇ ਇਸ ਉਲਝਣ ਚੋਂ ਕੌਣ ਕੱਢ ਸਕਦਾ ਹੈ? ਸਿਰਫ ਤੇ ਸਿਰਫ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਤੇ ਇਹ ਬਾਣੀ ਦਾ ਮਾਲਕ ਕੌਣ ਬਣਿਆ ਬੈਠਾ ਹੈ ਇਸ ਵੇਲੇ? ਇਸ ਵੇਲੇ ਮਾਲਕ ਕੌਣ ਹੈ ਬਾਣੀ ਦਾ? ਉੱਚੀ ਬੋਲ ਕੇ ਦੱਸਿਓ। ਸਿੱਖ ਬਣੇ ਬੈਠੇ ਨੇ ਬਾਣੀ ਦੇ ਮਾਲਕ। ਆਪਾਂ ਕਹਿੰਦੇ ਨਹੀਂ ਸਾਡਾ ਗੁਰੂ, ਸਾਡਾ ਗੁਰੂ। ਤੇ ਸਾਰੇ ਸੰਸਾਰ ਨੂੰ ਇਸ ਬਿਮਾਰੀ ਚੋਂ ਕੌਣ ਕੱਢ ਸਕਦਾ ਹੈ? ਬਾਣੀ। ਤੇ ਬਾਣੀ ਦਾ ਮਾਲਕ ਕੌਣ ਬਣਿਆ ਬੈਠਾ ਹੈ? ਸਿੱਖ। ਤੇ ਸਿੱਖ ਬਾਣੀ ਬਾਰੇ ਤੇ ਦੱਸ ਹੀ ਨਹੀਂ ਰਿਹਾ ਕਿਸੇ ਨੂੰ। ਅਸੀਂ ਬਾਣੀ ਬਾਰੇ ਤੇ ਸਮਝਾ ਹੀ ਨਹੀਂ ਪਾ ਰਹੇ ਕਿਸੇ ਨੂੰ। ਅਸੀਂ ਸ਼ਬਦ ਵਿੱਚ ਖੋਜਣ ਦੀ ਤੇ ਗੱਲ ਹੀ ਨਹੀਂ ਕਰਦੇ। ਸ਼ਬਦ ਖੋਜ ਵਾਲੀ ਤੇ ਗੱਲ ਹੀ ਸਾਡੇ ਸਮਾਜ ਵਿੱਚੋਂ ਅਲੋਪ ਹੋ ਰਹੀ ਹੈ। ਸ਼ਬਦ ਨਹੀਂ ਲੱਭ ਰਹੇ, ਅਸੀਂ ਸ਼ਬਦਾਂ ਦੇ ਵਿੱਚੋਂ ਜੀਵਨ ਜਾਚ ਨਹੀਂ ਸਿੱਖ ਰਹੇ। ਤੇ ਮਹਾਰਾਜ ਕਹਿੰਦੇ, ਉਹ ਭਾਈ ਤੈਨੂੰ ਐ ਕਿਉਂ ਲੱਗਦਾ ਰੱਬ ਕਿਸੇ ਦੀ ਜਾਇਦਾਦ ਹੈ, ਕਿਸੇ ਦੀ ਪ੍ਰਾਪਰਟੀ ਹੈ, ਕਿਸੇ ਦੀ ਮਲਕੀਅਤ ਹੈ, ਕਿਸੇ ਦੇ ਆਖੇ ਲੱਗ ਜਾਂਦਾ? ਤੇ ਹੈਰਾਨਗੀ ਉਦੋਂ ਹੁੰਦੀ ਹੈ ਜਦੋਂ ਮੇਰੇ ਵਰਗਾ ਕੋਈ ਬੰਦਾ ਬਾਣੀ ਪੜ੍ਹਨ ਵਾਲਾ ਵੀ ਕਿਸੇ ਖਾਸ ਬੰਦੇ ਦੀ ਗੁਲਾਮੀ ਕਰ ਰਿਹਾ ਹੁੰਦਾ ਹੈ ਤੇ ਕਹਿ ਰਿਹਾ ਹੁੰਦਾ ਮੈਂ ਸਿੱਖ ਹਾਂ। ਸਿੱਖ ਗੁਲਾਮ ਨਹੀਂ ਹੁੰਦਾ, ਸਿੱਖ ਆਜ਼ਾਦ ਹੁੰਦਾ। ਜੇ ਗੁਲਾਮੀ ਗਲ ਪਵਾਉਣੀ ਹੁੰਦੀ ਤੇ 7 ਸਾਲ ਦਾ ਫਤਿਹ ਸਿੰਘ ਪਵਾ ਨਾ ਲੈਂਦਾ ਗੁਲਾਮੀ ਉਸ ਵੇਲੇ। ਸਾਨੂੰ ਨਹੀਂ ਪ੍ਰਵਾਨ ਗੁਲਾਮੀ, ਅਸੀਂ ਆਜ਼ਾਦ ਫਿਜ਼ਾਵਾਂ 'ਚ ਜੀਣ ਵਾਲੇ ਹਾਂ। ਸਾਨੂੰ ਗੁਲਾਮੀ ਪਸੰਦ ਨਹੀਂ ਹੈ। ਅਸੀਂ ਆਜ਼ਾਦ ਫਿਜ਼ਾ 'ਚ ਰਹਿਣ ਵਾਲੇ ਲੋਕ ਹਾਂ। ਅਸੀਂ ਘੋੜਿਆਂ ਦੀਆਂ ਕਾਠੀਆਂ ਤੇ ਰਹਿ ਲੈਂਦੇ ਹਾਂ, ਅਸੀਂ ਦਰਖਤਾਂ ਦੇ ਪੱਤੇ ਭਰੋ ਕੇ ਖਾ ਲੈਂਦੇ ਹਾਂ।
ਅਸੀਂ ਛੋਲਿਆਂ ਦੀ ਮੁੱਠ ਨੂੰ ਬਦਾਮ ਕਹਿ ਲੈਨੇ ਆ, ਪਰ ਅਸੀਂ ਕਿਸੇ ਦੀ ਗੁਲਾਮੀ ਬਰਦਾਸ਼ਤ ਨਹੀਂ ਕਰਦੇ। ਸਾਨੂੰ ਦੁਨੀਆ ਦੀ ਕੋਈ ਤਾਕਤ ਗੁਲਾਮ ਨਹੀਂ ਬਣਾ ਸਕਦੀ, ਨਾ ਕੋਈ ਜ਼ੋਰ ਗੁਲਾਮ ਬਣਾ ਸਕਦਾ ਹੈ, ਨਾ ਕੋਈ ਵਿਚਾਰਧਾਰਾ ਗੁਲਾਮ ਬਣਾ ਸਕਦੀ ਹੈ। ਅਸੀਂ ਜੇ ਗੁਲਾਮ ਹਾਂ ਤੇ ਸਿਰਫ ਸਾਹਿਬ ਸ੍ਰੀ ਗੁਰੂ, ਉੱਚੀ ਬੋਲੋ, ਸਿਰਫ ਤੇ ਸਿਰਫ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਇਹਦੇ ਗੁਲਾਮ ਹਾਂ, ਇਹਦੇ ਦਰ ਤੇ ਵਿਕਦੇ ਆ। ਅਸੀਂ ਇੱਥੇ ਆਣ ਕੇ ਕਹਿੰਦੇ ਆ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ ਜਿਤ ਲਾਇਆ ਤਿਤ ਲਾਗਾ। ਸਿਰਫ ਤੇ ਸਿਰਫ ਇੱਕੇ ਦਰ ਤੇ ਵਿਕਦੇ ਆਣ ਕੇ। ਅਸੀਂ ਇੱਥੇ ਆਣ ਕੇ ਕਹਿੰਦੇ ਆ, ਮਨ ਵੇਚੈ, ਬੋਲੋ ਗੱਜ ਕੇ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਨਹੀਂ ਦਿੰਦੇ ਅਸੀਂ ਆਪਣਾ ਮਨ ਕਿਸੇ ਨੂੰ, ਨਾ ਸਾਡਾ ਮਨ ਕੋਈ ਨਹੀਂ ਖਰੀਦ ਸਕਦਾ। ਸਾਨੂੰ ਪਤਾ ਹੈ ਨਾ ਅਸੀਂ ਕਿਸੇ ਦੌਲਤ ਤੋਂ ਵਿਕਦੇ ਹਾਂ, ਕਿਉਂਕਿ ਅਸੀਂ ਗੁਰੂ ਦੀ ਗੋਦ ਵਿੱਚ ਬਹਿ ਕੇ ਰੋਜ਼ਾਨਾ ਪੜ੍ਹਦੇ ਹਾਂ। ਅੱਛਾ, ਇੱਕ ਬੇਨਤੀ ਹੋਰ ਸਮਝ ਲਿਓ, ਸ਼ਬਦ ਵਿੱਚੋਂ ਖੋਜਣ ਦੇ ਮਤਲਬ ਕੀ ਹੁੰਦੇ ਨੇ। ਦੁਨੀਆ ਦੇ ਬੰਦੇ 4-5 ਚੀਜ਼ਾਂ ਲਈ ਜ਼ਿੰਦਗੀ ਜਿਉਂਦੇ ਨੇ। ਸੰਸਾਰ ਦੇ ਵਿੱਚ ਦੁਨਿਆਵੀ ਬਿਰਤੀ ਨੇ, ਦੁਨਿਆਵੀ ਪੜ੍ਹਾਈ ਨੇ, ਦੁਨਿਆਵੀ ਨੌਲੇਜ ਨੇ, ਦੁਨਿਆਵੀ ਇਨਫੋਰਮੇਸ਼ਨ ਨੇ, ਦੁਨਿਆਵੀ ਜਾਣਕਾਰੀ ਨੇ। 3-4 ਚੀਜ਼ਾਂ ਦੁਨੀਆ ਨੂੰ ਦਿੱਤੀਆਂ ਨੇ। ਪਤਾ ਕਿਹੜੀਆਂ ਕਿਹੜੀਆਂ? ਪਹਿਲੀ ਚੀਜ਼ ਦੁਨੀਆ ਨੂੰ ਦਿੱਤੀ ਹੈ ਵੀ ਬੰਦੇ ਦੀ ਉਮਰ ਲੰਮੀ ਹੋਵੇ। ਸਭ ਤੋਂ ਪਹਿਲਾਂ ਬੰਦੇ ਦੀ ਖਾਹਿਸ਼ ਕੀ ਹੈ ਭਲਾ? ਬੰਦੇ ਦੀ ਉਮਰ ਲੰਮੀ ਹੋਵੇ। ਤੇ ਅਸੀਂ ਬਹੁਤੀ ਵਾਰ ਕਈਆਂ ਦੇ ਗੁਲਾਮ ਇਸ ਕਰਕੇ ਬਣ ਜਾਂਦੇ ਆ ਕਿਉਂਕਿ ਸਾਨੂੰ ਉਮਰ ਲੰਮੀ ਚਾਹੀਦੀ ਹੈ। ਸਾਨੂੰ ਉਮਰ ਲੰਮੀ ਚਾਹੀਦੀ ਹੈ। ਤੇ ਬੜੇ ਬੰਦੇ ਐਸੇ ਨੇ ਜਿਹੜੇ ਕਹਿੰਦੇ ਸਾਡੇ ਕੋਲ ਆਓ, ਅਸੀਂ ਤੁਹਾਡੀ ਉਮਰ ਵਧਾ ਦੇਵਾਂਗੇ। ਦੂਜਾ, ਪਹਿਲੀ ਖਾਹਿਸ਼ ਹੈ ਬੰਦੇ ਦੀ ਉਮਰ ਲੰਮੀ ਹੋਵੇ। ਦੂਜੀ ਖਾਹਿਸ਼ ਹੈ ਬੰਦੇ ਦੀ ਉਮਰ ਵੀ ਹੋਵੇ ਤੇ ਮੇਰਾ ਨਾਮ ਵੀ ਹੋਵੇ। ਸਾਨੂੰ ਸਾਰਿਆਂ ਨੂੰ ਭੁੱਖ ਹੈ, ਅਸੀਂ ਭੁੱਖੇ ਆ ਸਾਰੇ। ਤਾਂ ਹੀ ਗੁਰੂ ਸਾਹਿਬ ਜੀ ਨੇ ਜਪਜੀ ਸਾਹਿਬ ਚ ਕਿਹਾ ਨਾ, ਭੁੱਖਿਆ ਭੁੱਖ ਨਾ ਉਤਰੈ। ਤੇਰੀ ਭੁੱਖ ਕਿੱਥੇ ਉਤਰਦੀ ਹੈ? ਤੁਸੀਂ ਦੱਸੋ, ਦੁਨੀਆ 'ਚ ਕੋਈ ਬੰਦਾ ਰੱਜਦਾ ਹੈ? ਤੁਸੀਂ ਆਪਣੇ ਸਾਹਮਣੇ ਕੁਝ ਲੀਡਰ ਲਿਆਓ ਵੱਡੇ ਵੱਡੇ, ਜਿਨ੍ਹਾਂ ਦੀਆਂ ਪ੍ਰਾਪਰਟੀਆਂ ਉਹਨਾਂ ਦੀਆਂ ਚੌਥੀਆਂ ਪੰਜਵੀਂ ਪੀੜ੍ਹੀ ਤੱਕ ਨਹੀਂ ਮੁੱਕਣੀਆਂ, ਪਰ ਰੱਜ ਗਏ ਹੋ। ਨਾਮੜਾ ਵੀ ਹੋ ਗਿਆ, ਲੋਕ ਵੀ ਜਾਣਦੇ ਨੇ, ਪਰ ਰੱਜ ਕਿੱਥੇ ਆਉਂਦਾ? ਤੇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਦੂਜੀ ਗੱਲ ਬੰਦੇ ਨੂੰ ਹੁੰਦੀ ਹੈ ਵੀ ਮੈਨੂੰ ਲੋਕ ਜਾਣਨ, ਮੇਰੀ ਚਰਚਾ ਹੋਵੇ, ਮੇਰਾ ਅਖਬਾਰਾਂ 'ਚ ਨਾਂ ਆਵੇ, ਮੇਰੇ ਸਾਹਮਣੇ ਜਦੋਂ ਮੈਂ ਲੰਘਾਂ ਤੇ ਲੋਕ ਕਹਿਣ ਬੱਲੇ ਬੱਲੇ ਫਲਾਨਾ ਬੰਦਾ ਜਾ ਰਿਹਾ। ਇਹ ਭੁੱਖ ਹੈ ਬੰਦੇ ਦੇ ਅੰਦਰ, ਔਰ ਇਸ ਭੁੱਖ ਨੂੰ ਪੂਰੀਆਂ ਕਰਨ ਵਾਸਤੇ ਬੰਦਾ ਸਿਰ ਤੇ ਕਰਜ਼ੇ ਚੜਾਉਂਦਾ ਹੈ। ਇਸ ਭੁੱਖ ਨੂੰ ਪੂਰੀਆਂ ਕਰਨ ਵਾਸਤੇ ਬੰਦਾ ਗੁਲਾਮ ਹੁੰਦਾ ਹੈ। ਇਹ ਭੁੱਖ ਹੈ, ਹੋਰ ਕੀ ਭੁੱਖ ਹੈ? ਬੜੇ ਬੰਦੇ ਕਹਿੰਦੇ ਨੇ ਅਸੀਂ ਨਾ ਇੱਕ ਵਾਰ ਪਿੰਡ 'ਚ ਬਹਿ ਜਾ ਕਰਾਉਣੀ ਹੈ। ਹੋ ਜਾਏਗੀ? ਅਜੇ ਤੱਕ ਹੋਈ ਤਾਂ ਨਹੀਂ ਕਿਸੇ ਦੀ। ਮੈਨੂੰ ਤਾਂ ਨਹੀਂ ਲੱਗਦਾ ਵੀ ਕਿਸੇ ਬੰਦੇ ਦੀ ਅਜੇ ਤੱਕ ਬਹਿ ਜਾ ਹੋਈ ਹੋਗੀ। ਜਿੰਨੇ ਗੱਲਾਂ ਕਰਨੀਆਂ ਨੇ ਉਹਨਾਂ ਨੇ ਕਰਨੀਆਂ। ਤੁਸੀਂ ਸੰਸਾਰ ਹੈ ਨਾ ਜਿਹੜਾ ਸੰਸਾਰ, ਇਹ ਬੜਾ ਅਜੀਬ ਹੈ। ਤੁਸੀਂ ਕਹਿੰਦੇ ਹੋ ਸਾਰੇ ਲੋਕ ਸਾਨੂੰ ਚੰਗਾ ਕਹਿਣਗੇ। ਮਾਫ ਕਰਿਓ ਮੈਨੂੰ, ਕੀ ਸਾਰੀ ਦੁਨੀਆ ਬਾਬੇ ਨਾਨਕ ਨੂੰ ਚੰਗਾ ਕਹਿੰਦੀ ਹੈ? ਤੇ ਜੇ ਸਾਰੀ ਦੁਨੀਆ ਬਾਬੇ ਨਾਨਕ ਨੂੰ ਚੰਗਾ ਨਹੀਂ ਕਹਿੰਦੀ ਤੇ ਆਪਾਂ ਚੀਜ਼ ਕੀ ਆ ਫਿਰ? ਸਾਡੀ ਔਕਾਤ ਕੀ ਹੈ ਭਲਾ? ਤੁਸੀਂ ਮੂਲੀ ਕਿਸ ਬਾਗ ਦੀ ਹੋ? ਇੱਥੇ ਤਾਂ ਦੁਨੀਆ ਬਾਬੇ ਨਾਨਕ ਨੂੰ ਵੀ ਸਾਰਾ ਸੰਸਾਰ ਚੰਗਾ ਨਹੀਂ ਕਹਿ ਰਿਹਾ। ਜੇ ਬਾਬੇ ਨਾਨਕ ਨੂੰ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਨੇ, ਬਾਬੇ ਨਾਨਕ ਨੂੰ ਇਹ ਕਿਹਾ ਜਾ ਰਿਹਾ ਹੈ ਵੀ ਬਾਬਾ ਨਾਨਕ ਸੰਸਾਰ ਭਰ ਵਿੱਚ ਪਹਿਲਾ ਮਰਦ ਸੂਰਮਾ ਬੰਦਾ, ਇਹ ਵੀ ਕਿਹਾ, ਇਹ ਨਹੀਂ ਕਿਹਾ ਨਹੀਂ। ਉਸ ਵੇਲੇ ਦਾ ਵਿਦਵਾਨ ਹੈ ਸਰ ਇਕਬਾਲ, ਇਸਲਾਮ ਨਾਲ ਸੰਬੰਧ ਰੱਖਦਾ ਉਹ ਰਾਈਟਰ ਹੈ। ਉਹ ਕਹਿੰਦਾ ਫਿਰ ਉਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ, ਇਸ ਹਿੰਦ ਕੋ ਮਰਦੇ ਕਾਮਲ ਨੇ ਜਗਾਇਆ ख्वाब ਸੇ। ਉਹ ਕਹਿੰਦਾ ਇਹ ਹਿੰਦ ਭਾਰਤ ख्वाब ਵਿੱਚ ਸੁਪਨੇ ਲੈ ਰਿਹਾ ਸੀ
ਤੇ ਦੁਨੀਆ ਦੇ ਵੱਡੇ ਵੱਡੇ ਪੈਗੰਬਰ ਇੱਥੇ ਆਏ, ਦੁਨੀਆ ਦੇ ਮਹਾਨ ਲੋਕ ਇੱਥੇ ਆਏ, ਦੁਨੀਆ ਦੇ ਵੱਡੇ ਵੱਡੇ ਸਕਾਲਰ ਪੈਦਾ ਹੋਏ, ਦੁਨੀਆ 'ਚ ਵੱਡੇ ਵੱਡੇ ਵਿਗਿਆਨੀ ਪੈਦਾ ਹੋਏ, ਵੱਡੇ ਵੱਡੇ ਬਾਦਸ਼ਾਹ ਪੈਦਾ ਹੋਏ, ਪਰ ਕਿਸੇ ਸੂਰਮੇ ਤੋਂ ਇਹ ਭਾਰਤ ਦੇਸ਼ ਖੁਆਬ ਵਿੱਚੋਂ ਨਹੀਂ ਜਾਗਿਆ। ਇਹ ਮੈਂ ਨਹੀਂ ਕਹਿ ਰਿਹਾ, ਇਹ ਤੁਸੀਂ ਨਹੀਂ ਕਹਿ ਰਹੇ, ਇਹ ਕਿਸੇ ਸਿੱਖ ਰਾਈਟਰ ਦੀ ਮੈਂ ਘਟਨਾ ਨਹੀਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜਾ ਇਸ ਮੁਲਕ ਵਿੱਚ ਰਹਿੰਦਾ ਹੈ ਪਰ ਉਹਦਾ ਸੰਬੰਧ ਕਿਸੇ ਇਸਲਾਮ ਨਾਲ ਹੈ। ਸਾਰੇ ਇਕਬਾਲ ਉਹਦਾ ਨਾਮ ਹੈ, ਤੇ ਉਹ ਲਿਖਦਾ ਹੈ, ਉਹ ਕਹਿੰਦਾ ਇਸ ਹਿੰਦ ਕੋ ਮਰਦੇ ਕਾਮਲ ਨੇ ਜਗਾਇਆ ख्वाब से। ख्वाब ਕਹਿੰਦੇ ਸੁਪਨੇ ਨੂੰ। ਆਪਾਂ ਸਾਰੇ ਸੁਪਨੇ 'ਚ ਆ। ਤੁਹਾਨੂੰ ਕਈਆਂ ਨੂੰ ਐ ਲੱਗਦਾ ਵੀ ਅਸੀਂ ਸੁਪਨੇ ਲੈ ਰਹੇ ਹਾਂ, ਅਸੀਂ ਕਹਿ ਰਹੇ ਹਾਂ ਇਦਾਂ ਦਾ ਅਸੀਂ ਬਣਾ ਲਾਂਗੇ, ਐ ਹੋ ਜਾਊਗਾ, ਇਦਾਂ ਕਰਾਂਗੇ ਅਸੀਂ ਆਉਣ ਵਾਲੇ ਸਮੇਂ 'ਚ ਐ। ਇਹ ਕੀ ਹੈ? ਸੁਪਨਾ। ਜਿੱਦਣ ਸੁਪਨਾ ਟੁੱਟੇਗਾ ਨਾ, ਪਤਾ ਤੇ ਉਦਣ ਲੱਗਣਾ। ਸੁਪਨਾ ਕੱਲਾ ਅੱਖ ਬੰਦ ਨਾਲ ਹੀ ਨਹੀਂ ਲਿਆ ਜਾਂਦਾ ਹੁੰਦਾ, ਖੁੱਲੀਆਂ ਅੱਖਾਂ ਨਾਲ ਵੀ ਸੁਪਨਾ ਲਿਆ ਜਾਂਦਾ। ਵੈਸੇ ਮੈਂ ਬੜੀ ਵਾਰ ਕਹਿਣਾ ਹੁੰਦਾ, ਸੁਪਨੇ ਉਹ ਨਹੀਂ ਹੁੰਦੇ ਜਿਹੜੇ ਸੌਂਦੇ ਹੋ ਤੇ ਜਿਹੜੇ ਸੁਪਨਿਆਂ ਨੂੰ ਵੇਹਨੇ ਹੋ। ਸੁਪਨੇ ਉਹ ਹੁੰਦੇ ਨੇ ਅਸਲ ਵਿੱਚ ਜਿਹੜੇ ਤੁਹਾਡੇ ਨੀਂਦ ਨੂੰ ਉਡਾ ਦਿੰਦੇ ਨੇ, ਜਿਹੜੇ ਤੁਹਾਡੇ ਅੰਦਰੋਂ ਤੁਹਾਡੇ ਅੰਦਰ ਇੱਕ ਤੜਫ ਪੈਦਾ ਕਰਦੇ ਨੇ, ਉਹਨਾਂ ਨੂੰ ਸੁਪਨੇ ਕਹਿੰਦੇ ਨੇ। ਪਰ ਅਸੀਂ ਹੋਰ ਸੁਪਨੇ ਵਿੱਚ ਰਹਿੰਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬਾਰੇ ਸਾਰੇ ਇਕਬਾਲ ਕਹਿੰਦਾ ਵੀ ਇਸ ਭਾਰਤ ਦੇ ਅੰਦਰ ਜੇ ਇੱਕ ਸੂਰਮਾ, ਇੱਕ ਮਰਦ ਪੈਦਾ ਹੋਇਆ ਜਿਹਨੇ ਇੱਥੋਂ ਦੇ ਲੋਕਾਂ ਦਾ ਸੁਪਨਾ ਤੋੜਿਆ, ਇੱਥੋਂ ਦੇ ਲੋਕਾਂ ਨੂੰ ਜਗਾਇਆ, ਇੱਥੋਂ ਦੇ ਲੋਕਾਂ ਦੀ ਅੱਖ ਖੋਲੀ, ਔਰ ਉਹਨਾਂ ਲੋਕਾਂ ਨੇ ਜਦੋਂ ਅੱਖ ਖੋਲੀ ਤੇ ਉਹਨਾਂ 'ਚ ਬਹੁਤ ਸਾਰੇ ਬੰਦਿਆਂ ਨੂੰ ਆਦਤ ਪੈ ਗਈ ਸੀ ਅੱਖਾਂ ਬੰਦ ਰੱਖਣ ਦੀ, ਹਨੇਰੇ 'ਚ ਰਹਿਣ ਦੀ। ਜਦੋਂ ਤੁਸੀਂ ਨਾ ਗਰਮੀ ਦੇ ਦਿਨਾਂ 'ਚ ਤੁਸੀਂ ਸਵੇਰੇ 9-10 ਵਜੇ ਕਮਰੇ ਦੇ ਅੰਦਰ ਵੜ ਜਾਓ ਤੇ ਤੁਹਾਨੂੰ ਚਾਹ ਵੀ ਉੱਥੇ ਮਿਲ ਜਾਏ, ਪ੍ਰਸ਼ਾਦਾ ਵੀ ਉੱਥੇ ਮਿਲ ਜਾਏ, ਤੇ ਤੁਹਾਨੂੰ ਅਚਾਨਕ ਕਮਰੇ 'ਚੋਂ ਬਾਹਰ ਨਿਕਲਣਾ ਪਵੇ ਤੇ ਅੱਖਾਂ ਬੰਦ ਹੋ ਜਾਂਦੀਆਂ ਨੇ। ਸਾਡੇ ਤੋਂ ਬਾਹਰ ਨਹੀਂ ਨਿਕਲਿਆ ਜਾਂਦਾ, ਸੂਰਜ ਬਿਲਕੁਲ ਅੱਖਾਂ ਤੇ ਪੈਂਦਾ ਸਾਡੇ ਤੇ ਸਾਨੂੰ ਐ ਲੱਗਦਾ ਪਤਾ ਨਹੀਂ ਕੀ ਹੋ ਗਿਆ, ਮੈਨੂੰ ਵੇਖਿਆ ਨਹੀਂ ਜਾ ਰਿਹਾ। ਵੇਖਿਆ ਨਹੀਂ, ਤੁਸੀਂ ਆਪਣੀ ਅੱਖਾਂ ਨੂੰ ਅਸਲ ਵਿੱਚ ਸੂਰਜ ਤੋਂ ਪਰੇ ਰੱਖਣ ਦੀ ਆਦਤ ਪਾ ਲਈ ਹੈ। ਜਿਹੜੇ ਲੋਕ ਕਾਲ ਕੋਠੜੀਆਂ 'ਚ ਰਹਿੰਦੇ ਨੇ ਨਾ, ਜਿਹੜੇ ਗੁਲਾਮ ਹੋ ਜਾਂਦੇ ਨੇ ਬੰਦੇ, ਉਹਨਾਂ ਨੂੰ ਆਜ਼ਾਦੀ ਪਰੇਸ਼ਾਨ ਕਰਦੀ ਹੈ। ਉਹ ਬਾਹਰ ਨਹੀਂ ਰਹਿਣਾ ਚਾਹੁੰਦੇ ਹੁੰਦੇ, ਉਹ ਕਾਲ ਕੋਠੜੀ 'ਚ ਹੀ ਮਸਤ ਹੁੰਦੇ ਨੇ। ਤੇ ਅਸੀਂ ਹੌਲੀ ਹੌਲੀ ਗੁਲਾਮ ਰਹਿਣ ਦੇ ਆਦੀ ਹੋ ਗਏ ਆ। ਸਾਡਾ ਆਜ਼ਾਦ ਹੋਣ ਨੂੰ ਦਿਲ ਨਹੀਂ ਕਰਦਾ, ਅਸੀਂ ਗੁਲਾਮੀ 'ਚ ਹੀ ਮਸਤ ਆ। ਸਾਨੂੰ ਐ ਲੱਗਦਾ ਐ ਹੀ ਰਹਿਣਾ। ਬੜੇ ਬੰਦੇ ਨੇ ਸਾਨੂੰ ਮਿਲਦੇ ਨੇ, ਕਿੱਥੇ ਭਾਈ ਸਾਹਿਬ ਜੀ, ਤੁਹਾਨੂੰ ਕੀ ਲੱਗਦਾ ਦੁਨੀਆ ਬਦਲ ਜਾਏਗੀ ਕਿਤੇ? ਇਹ ਨਹੀਂ ਬਦਲਣੀ। ਐ ਨਾ ਬੜੀ ਨਿਰਾਸ਼ਤਾ ਜੀ ਵਾਲੀ ਗੱਲ ਕਰਨਗੇ। ਤੇ ਕੱਲੇ ਆਪਣੇ ਮੁਲਕ 'ਚ ਨਹੀਂ, ਦੁਨੀਆ ਭਰ 'ਚ ਲੋਕ ਨੇ ਐਸੇ। ਨਾ ਭਾਈ ਸਾਹਿਬ ਜੀ, ਕਈ ਤਾਂ ਇੱਥੋਂ ਤੱਕ ਵੀ ਕਹਿ ਦਿੰਦੇ ਨੇ, ਲੈ ਦੁਨੀਆ ਤੇ ਬਾਬੇ ਨਾਨਕ ਤੋਂ ਨਹੀਂ ਬਦਲੀ, ਆਪਾਂ ਕਿਤੇ ਐ ਕਰਦੇ ਨੇ ਕਈ ਬੰਦੇ ਗੱਲਾਂ, ਲੈ ਦੁਨੀਆ ਤੇ ਬਾਬੇ ਨਾਨਕ ਤੋਂ ਵੀ ਨਹੀਂ ਬਦਲੀ। ਆ ਜਿਹੜੇ ਬੈਠੇ ਹੋ ਤੁਸੀਂ, ਇਹ ਕਿੰਨੇ ਬਦਲੇ ਨੇ ਫਿਰ? ਆ ਮੈਂ ਬੈਠਾ ਗੁਰੂ ਦੀ ਗੱਲ ਕਰ ਰਿਹਾ, ਕਿੰਨੇ ਬਦਲੇ ਆ? ਇਸ ਭਾਰਤ ਦੀ ਧਰਤੀ ਤੋਂ ਮੁਗਲ ਸਲਤਨਤ ਦੀਆਂ ਜੜ੍ਹਾਂ ਕਿੰਨੇ ਪੁੱਟੀਆਂ ਨੇ ਫਿਰ, ਜੇ ਨਹੀਂ ਬਦਲਿਆ ਬਾਬੇ ਨਾਨਕ ਤੋਂ? ਤਾਂ ਅਸੀਂ ਸਿੱਕੇ ਦਾ ਇੱਕ ਪਹਿਲੂ ਕਿਉਂ ਵੇਖਦੇ ਆ? ਅਸੀਂ ਘਟਨਾਵਾਂ ਦਾ ਇੱਕ ਪੱਖ ਕਿਉਂ ਵੇਖਦੇ ਆ? ਅਸੀਂ ਸਾਰੀ ਘਟਨਾ ਕਿਉਂ ਨਹੀਂ ਵੇਖਦੇ? ਬਦਲਿਆ ਕਿਉਂ ਨਹੀਂ? ਇਹ ਦੇਸ਼ ਬਦਲਿਆ, ਇਹ ਦੁਨੀਆ ਬਦਲੀ। ਜਿਹੜੇ ਕਹਿੰਦੇ ਸੀ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਬੂ ਨਹੀਂ ਪਕੜੀ, ਚਿੜੀ ਉੜੇ ਡਰ ਸੇ ਮਰ ਜਾਓ, ਮੁਗਲੋਂ ਸੇ ਕੈਸੇ ਲੜ ਪਾਓ। ਕਹਿੰਦੇ ਸੀ ਸਾਡਾ ਤਕੜੀਆਂ ਫੜ ਕੇ ਤੋਲਣਾ ਕੰਮ ਹੈ। ਮਹਾਰਾਜ ਤੁਸੀਂ ਕਹਿੰਦੇ ਹੋ ਮੁਗਲਾਂ ਨਾਲ ਲੜੀਏ, ਇਹ ਬੜੇ ਬੜੇ ਤਾਕਤਵਰ ਬੰਦੇ ਨੇ, ਇਹ ਸਾਡੇ 5 ਬੰਦੇ ਤੇ ਇਹਨਾਂ ਦਾ ਇਕੱਲਾ ਬੰਦਾ ਹੁੰਦਾ, ਇਹਨਾਂ ਨਾਲ ਕੌਣ ਲੜੇਗਾ? ਇਹਨਾਂ ਨਾਲ ਮੁਕਾਬਲਾ ਕੌਣ ਕਰੇਗਾ? ਅਸੀਂ ਕਿੰਨੇ ਕਾ ਮਰਵੇ ਜੇ ਲੋਕ ਆ, ਅਸੀਂ ਸਾਡੇ ਤੋਂ ਮੁਕਾਬਲਾ ਨਹੀਂ ਹੋਣਾ। ਔਰ ਉਹਨਾਂ ਨੇ ਕਿਹਾ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਬੂ ਨਹੀਂ ਪਕੜੀ, ਚਿੜੀ ਉੜੇ। ਤੁਸੀਂ ਕਹਿੰਦੇ ਹੋ ਮੁਗਲਾਂ ਨਾਲ ਲੜੋ, ਅਸੀਂ ਤੇ ਚਿੜੀ ਉੱਡੇ ਤੇ ਸਾਡਾ ਸਹਿਮ ਨਾਲ ਸਾਡਾ ਸਾਹ ਉਤਲਾ ਤਾਂ ਹੋ ਜਾਂਦਾ ਤੇ ਤਲੜਾ ਤਾਂ ਹੋ ਜਾਂਦਾ। ਅਸੀਂ ਤੇ ਇੰਨੇ ਡਰਪੋਕ ਲੋਕ ਆ, ਇੰਨੇ ਡਰੇ ਹੋਏ ਲੋਕ ਆ, ਤੇ ਤੁਸੀਂ ਸਾਨੂੰ ਕਹਿੰਦੇ ਹੋ ਸ੍ਰੀ ਸਾਹਿਬ ਫੜੋ ਹੱਥ ਵਿੱਚ ਤੇ ਮੈਦਾਨੇ ਜੰਗ 'ਚ ਜਾ ਕੇ ਲੜੋ, ਹਾਲਾਤਾਂ ਨੂੰ ਬਦਲੋ, ਦੁਨੀਆ ਚੇਂਜ ਕਰ ਦਿਓ। ਕਿਵੇਂ ਹੋ ਸਕਦਾ? ਇਹ ਤਾਂ ਸੰਭਵ ਹੀ ਨਹੀਂ ਗੱਲ। ਮੇਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਗਲਵੱਕੜੀ 'ਚ ਲਿਆ, ਉਹਨਾਂ ਨੂੰ ਪਿਆਰ ਨਾਲ ਕੋਲ ਬਿਠਾਇਆ
ਤੇ ਜਿਹੜੇ ਕਹਿੰਦੇ ਸੀ ਨਾ, ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਬੂ ਨਹੀਂ ਪਕੜੀ, ਚਿੜੀ ਉੜੇ ਡਰ ਸੇ ਮਰ ਜਾऊं, ਮੁਗਲੋं से कैसे लड़ पाऊं। ਪਤਾ ਕੀ ਕਹਿੰਦੇ ਫਿਰ? ਸदियों से जो खंडा बेकार पड़ा था, बड़ा चिर हो गया सी पिया सी, कारा हाथे नहीं सी लाया। सदियों से जो खंडा बेकार पड़ा था, उतर जाएगा जंग जो उस पे चढ़ा था, रख दूंगा सीना चीर के आगे, एक एक को झर लूंगा शमशीर के आगे। दुनिया तो झुकती थी तकदीर के आगे, अब तकदीर भी झुकेगी मेरी शमशीर के आगे। अपनी किस्मत आप लिखांगे असीं। कोई दूजा कौन हुंदा साडीआं किस्मतां लिखण वाला? कौन सानू कहंदा तुहाडी कर्मां 'च ऐ ही लिखिआ? सानू भी अजे तक साडे कर्मां 'च ही रब ने दुख लिखते ने। नहीं भाई, रब किसे दे कर्मां 'च दुख नहीं लिखदा। जे रब किसे दे कर्मां 'च दुख लिखदा है ते इहदा मतलब है दोषी रब है। गुरु ग्रंथ साहब दी बाणी पढ़न वालिआ, जे सारा गुरु ग्रंथ साहब तैनूं नहीं आउंदा ते घट्टो घट्ट इन्ना क ते आउंदा आ भी निरभौ, बोलो गज के, निरभौ निरवैर। ਇਹਦੇ मीनिंग दस ਦਿਓ ਕੀ ਨੇ, ਇਹਦੇ अर्थ समझ लो ਕੀ ਨੇ। रब निरभौ है, रब नूं किसे दा डर नहीं ते रब दा किसे नाल। फिर साडी किस्मत वाड़ी किहड़ा वैर कढिआ? कई बार हुंदा नहीं पिंड 'च कोई घटना वापर जाए, हाय रब ने वैर कढ लिया। रब वैरी है? रब दुश्मन है? किने दस्सिआ सानू रब दुश्मन है? बाणी 'च लिखिआ, सतगुर सबना दा भला मनाएंदा। बाणी 'च ते लिखिआ। फिर सानू ये कौन दस गया भी रब वैर कढदा है? कोई बच्चा नशे दे राह पै गया, पता नहीं रब ने मत मारती है, रब ने हद हो गई है। अकल तुसी नहीं दिती, सोसाइटी चंगी च तुसी नहीं लिया है, भाया चंगे बंदियां च तुसी नहीं, ओनू ध्यान तुसी नहीं दिता, ते मत रब ने किवें मारती भी? क्योंकि असी रिस्पोंसिबिलिटी, असी जिम्मेवारी चुकण दे आदी नहीं हाँ। असी निक्के हुंदिआं तो माता पिता घरों बाहर चले जाण ना ते बच्चे खेडदे हुंदे ने घर विच, कई बार तो उन्हां तो कोई नुकसान हो जांदा, शीशा टुट गया जां कोई चीज़ टुट गई, दोवें बच्चे ही घर विच हुंदे ने, माँ बाप वो आण के पुछदे ने, दोवां चों एक भी नहीं मनदा असी तोड़े। मनदा कोई, वो कहंदे ना मैं तो तोड़िआ ही नहीं, मैं तो गया ही नहीं इस कमरे 'च। भैन नूं पुछदे ने, कहंदी ना मैं तो इस कमरे दे लागों दी भी नहीं लंघी। कौन तोड़ गया? फिर तुसी दोवें ही ते घर सी, तीजा ते मैंबर ही नहीं सी घर कोई। पर सानू आदत नहीं है। तुसीं वेखदे नहीं कई बार एक्सीडेंट हो जाए ना किसी बंदे दा, बंदा बाइक तो डिग जाए, मोटरसाइकिल तो डिग जाए, तुसीं उहनूं पुछिओ की होया सी, तो पता की ये नहीं कहेगा भी मैं ध्यान नहीं दिता, कहेगा मैं चंगा भला जा रहा सी, सामने ना टोआ आ गया, खड्डा आ गया सामने। तुसीं दसो खड्डा तुरदा फिरदा हुंदा, वो तो पहलां ऑलरेडी उत्थे ही हैगा। तेरा ध्यान किसी होर बन्ने सी, तू ध्यान नहीं दिता, बाइक तेरी मोटरसाइकिल टोए च पिया, तू डिग गया। जब रोड़ा आ गया सामने, रोड़ा थोड़ी तुरदा, रोड़ा तो जिथे पिया उत्थे पिया आ, बस तेरा ध्यान नहीं सी उत्थे। अब बच्चों नूं पुछ लो, नंबर तुहाडे वधिया नहीं आए, कहंदे पढ़े ते बहुत सा, पता नहीं नंबर क्यों नहीं आए, शायद मास्टर ही कोई ईर्खा करदे साडे नाल। मास्टर ने की लेना तुहाडे नाल ईर्खा करके भी? असी कदी भी अपनी जिम्मेवारी नहीं लैंदे, हमेशा दूजे ते छड्डदे। अच्छा चंगे दी लै लैंदे आ, बच्चा नलायक निकल जाए ते मां कहती है तू नहीं अकल दिती प्यो नूं, ते प्यो कहता है तेरा है ना, फिर अच्छा हुण तेरा हो गया। मां कहती है तेरा आ, ते जे लायक निकल आए फिर दोवें फिर जिददे ने, कहंदे मेरा आ, फिर पुत्त किहदा है? कमाल है। जे क्रैडिट लेने ने, जे तुसी क्रैडिट लेना है, जे तुसी ओदे अंदर दी उस चीज़ नूं समझना चाहुंदे हो ध्यान नाल, ते जे तुसी इस गल ते गौर करदे हो, ते फिर अपनियां जिम्मेवारियां भी चुकणियां। यही शब्द सिखाउंदा है। असी जिम्मेवारियां तो भज्जणा चाहुंदे आ।
महाराज सच्चे पातशाह जी ने जिम्मेवार बनाए बंदे, ते उन्होंने फिर कहा काम हमारा तोलन तकड़ी वालिया ने कहा तकड़ी छड्डती, हुण हत्थ विच श्री साहब फड़ांगे, अपनियां किस्मतां आप लिखांगे, कोई नहीं इत्थे साडियां किस्मतां लिखण वाला, साडी किस्मत कोई क्यों लिखे। मेरे नौजवान वीरो, तुहाडे कर्मां च कुछ नहीं इदां लिखिया। मेरियां भैणां बच्चियां, आउण वाली पीढ़ी जिहड़ी नौजवान बच्चियां ने साडियां, तुहाडे कर्मां च इहो कुछ लिखिया नहीं लिखिया, साडे कर्मां च इह कुछ साडे माइंड सैट कीते ने इस तरह दे, तां कि असीं अपने हक्कां लई आवाज़ बुलंद ना कर सकीए, असीं जागीए ना, असीं सुते रहीए सदा वास्ते इदां ही। ते जदों जदों तुसीं जागोगे, तुहानूं एनर्जी आएगी तुहाडे अंदर गुरु साहब वाली, फिर तुहानूं पता लगेगा दद्दै दोष ना देऊं किसै, वो भाई किसे दूजे नूं दोष नहीं देईदे। क्यों नहीं दसदे सानूं, क्यों नहीं समझाई जाती सानूं? बाणी च लिखिआ गल आपां आरंभ इत्थों कीती सी, खोज शब्द मैं ले, बाणी च लिखिआ दद्दै दोष ना देऊं किसै, दोष कर्मा, बोलो गज के, अपणिया दोष कर्मा अपणिया, अपने कर्मां दा दोष है मेरा, जो मैं किया सो मैं पाया, दोष ना दीजै। क्यों दूजियां नूं दोष देना? तां नहीं आउंदे बाणी दे लागे, क्योंकि बाणी तो परे रह के दोष दे के सर जांदा है। जिदन इस बाणी दे लागे आवांगे ना, बाणी ने कहना ना दोष किसे दूजे नूं नहीं देना, दोष तेरा है हर एक मसले च। वक्त नहीं डिटेल च जावां मैं, हर एक चीज विच दोषी तू है, हर एक चीज। कई बंदे कहणगे साडे मुंडे दा सुभाਅ पता नहीं चिड़चिड़ा जिहा क्यों हो गया। कईयां नूं हुंदा ना, तुहाडे च कई वार मावां कहणगियां पता नहीं साडे ना मुंडे दा सुभाਅ ना चिड़चिड़ा जिहा हो गया। अच्छा मैनूं दस्सिओ, जम्मदे दा चिड़चिड़ा सी कि हुण होया? बोलो, हुण होया कि जम्मदे दा चिड़चिड़ा सी? हुण होया। ਇਹਦਾ मतलब रब ने चिड़चिड़ा बना के नहीं भेजिया सी। ते जम्मण तो बाद किहदे कोल रहा फिर? ये तो सोचना पैना ना, किहदे कोल रहा? मां कोल रहा, बाप कोल रहा, फिर उन्हें ही बनाया होना चिड़चिड़ा, होर दूजा क्यों बनाएगा? साडे बच्चे झूठ बहुत बोलन लग, किहने सिखाया? किसी स्कूल च झूठ का पीरियड नहीं लगता। बच्चे तुहाडे च पढ़न वाले बैठे ने, इन्होंने पुछियो स्कूल च कोई पीरियड है झूठ का? फिर टीवी ते कोई झूठ की ऐड आउंदी है? कित्थों सिक्खिआ? मां ने प्यो तो गल लुकाउणी है ते वो फिर धी नूं भी कह दिंदी है भी चल हुण डैडी नूं ना दस्सण लग पई। गल नॉर्मल जी हुंदी है, कोई बहुती वड्डी गल नहीं हुंदी, नॉर्मल कुछ नहीं होना हुंदा। जे डैडी नूं पता भी लग गया तो नेरी नहीं आउण वाली कोई, पर उही आदत है सानूं भी चल हुण, तो धी नूं कह दिंदी है हुण बापू नूं ना अपने नूं दस्सण लग पई, ते नहीं दसदी फिर वो तेरे तो भी तो बेबे लुकाऊगी ना। जे तूं अज उहनूं कोई गल कह के डैडी तो लुका लई है, पिता तो लुका लई है, तो फिर कल नूं तेरे कोलों भी उहने गल लुकाउणी है। जाच सिखाई है तुसीं। इस करके बाबे ने ना बाणी च मां बाप नूं रब दा दर्जा एवें थोड़ी दिता है। मां बाप बहुत वड्डी रिस्पोंसिबिलिटी, बहुत वड्डी जिम्मेवारी दा नाम है। इसे करके साडी जदों असीं मां बाप दी पहली पौड़ी चढ़दे आ, 4 लावां दा पाठ करदे आ, कौन सुणदा है पाठ? असीं तां सारे बंदे ना विआह च फटाफट भाई साहब जी नूं जाके कहने बाबा जी मिंटो मिंटी बस गेड़े 4 दवाओ ते वेले करो सानूं। सवेर दे भाई साहब बैठे होंदे ने बेचारे ने भी आनंद कारज कराउण आउणा है अगलियां ने, वो बेचारा घड़ी मुड़ी वेंदा भी कदों आउणगे कदों आउणगे। ते वो सियाणे वड्डे आउण उत्थों पैलस चों निकलण लगे फोन कर दिंदे ने बाबा जी रेडी रहो बस असीं आ गए। उन्हां दा वस नहीं चलदा, नहीं तो ये क्या करन भी बाबा जी करके ही रखियो लावां दा पाठ, बस फड़ के लै जाने इत्थों।
ਸਾਡਾ ਵਸ ਨਹੀਂ ਚੱਲਦਾ, ਨਹੀਂ ਤੇ ਅਸੀਂ ਐਂ ਹੀ ਕਰੀਏ ਨਾ, ਬਾਬਾ ਜੀ ਲਾਵਾਂ ਕਰ ਛੱਡਿਓ। ਤੇ ਜੇ ਸਾਧਨ ਤੁਰ ਅਸੀਂ ਪੈਣਾ, ਵੈਸੇ ਇਸ ਬੰਨੇ ਘੱਟ ਅਸੀਂ ਹੈ ਨਹੀਂ, ਕਈ ਚੀਜ਼ਾਂ ਤੇ ਤੁਸੀਂ ਕਰ ਲੀਆਂ ਨੇ ਇਦਾਂ ਦੀਆਂ, ਤੇ ਕਰ ਤੁਸੀਂ ਇਹ ਵੀ ਲੈਣੀਆਂ ਵੀ ਬਾਬਾ ਜੀ ਕਰ ਦੋ ਇੱਥੇ ਲਾਵਾਂ ਆਨਲਾਈਨ, ਇੱਥੋਂ ਹੀ ਵੇਖ ਲੈਨੇ ਆ। ਬਚਾ ਲਓ ਆਪਣੇ ਆਪ ਨੂੰ, ਇਹਦੇ ਤੋਂ ਭੱਜੋਗੇ। ਇਸ ਗੁਰੂ, ਇਹ ਗੁਰੂ ਹੈ ਨਾ ਜਿਹੜਾ, ਸ਼ਾਇਦ ਸਾਨੂੰ ਇਲਮ ਨਹੀਂ ਇਹਨਾਂ ਗੱਲਾਂ ਦਾ, ਬਹੁਤ ਮਹਾਨ ਗੁਰੂ ਦੀ ਗੋਦ। ਐਵੇਂ ਥੋੜੀ ਕਿਹਾ ਖੋਜ ਸ਼ਬਦ ਮੈਂ ਲੈ, ਜਦੋਂ 4 ਲਾਵਾਂ ਦਾ ਪਾਠ ਹੋਣਾ ਤੇ ਉੱਥੇ ਰਾਗੀ ਸਿੰਘ ਸ਼ਬਦ ਪੜ੍ਹਦੇ ਨੇ, ਤੇ ਸ਼ਬਦ ਤਾਂ ਵੈਸੇ ਪਹਿਲਾਂ ਹੀ ਪੜ੍ਹ ਲੈਂਦੇ ਨੇ, ਜਦੋਂ ਆ ਜਾਂਦੇ ਉਦੋਂ ਤਾਂ ਉਸੇ ਵੇਲੇ ਰਾਗੀਆਂ ਵੱਲ ਚਿੱਟੀਆਂ ਅੱਖਾਂ ਕੱਢ ਕੇ ਵੇਂਦੇ ਵੀ ਬਸ ਫਤਿਹ ਕਰੋ, ਹੁਣ ਨਹੀਂ ਸ਼ਬਦ ਪੜ੍ਹਨਾ ਕੋਈ, ਹੁਣ ਤਾਂ ਕੰਮ ਨਿਬੇੜੋ। ਤੇ ਕੀ ਪਤਾ ਕਿਹੜੇ ਵੇਲੇ ਪੜ੍ਹਤਾ ਕੀਤਾ, ਲੋੜੀਏ ਕੰਮ ਸੋ ਹਰ ਪਏ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਕੀ ਪਤਾ ਕਦੋਂ ਪੜਿਆ ਗਿਆ, ਕਿਹੜੇ ਸ਼ਬਦ ਪੜੇ ਗਏ। ਫਿਰ 4 ਲਾਵਾਂ ਦਾ ਪਾਠ ਹੋਇਆ। ਪਹਿਲੀ ਲਾਂ ਨੇ ਗੁਰੂ ਸਾਹਿਬ ਜੀ ਨੇ ਦੋਵਾਂ ਮੈਂਬਰਾਂ ਨੂੰ ਕੀ ਕਿਹਾ, ਦੋਵੇਂ ਮੀਆਂ ਬੀਬੀ ਨੂੰ ਪਹਿਲੀ ਲਾਂਵ ਚ ਮਹਾਰਾਜ ਨੇ ਕੀ ਸਮਝਾਇਆ। ਮਹਾਰਾਜ ਕਹਿੰਦੇ ਹਰ ਪਹਿਲੜੀ ਲਾਂਵ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਮੇਰੇ ਬੱਚਿਓ, ਤੁਸੀਂ ਪਹਿਲੀ ਲਾਂ ਲੈਣ ਲੱਗੇ ਹੋ ਤੇ ਅੱਜ ਤੋਂ ਬਾਅਦ ਪ੍ਰਵਿਰਤ ਹੋਣਾ ਹੈ। ਪ੍ਰਵਿਰਤ ਦਾ ਮਤਲਬ ਹੁੰਦਾ ਚੇਂਜ ਹੋਣਾ ਹੈ, ਕਨਵਰਟ ਹੋਣਾ ਹੈ। ਤੁਹਾਡੇ ਪਹਿਲੇ ਨਾਲੋਂ ਸੁਭਾਅ 'ਚ ਚੇਂਜ ਆਉਣੀ ਚਾਹੀਦੀ ਹੈ। ਤੁਸੀਂ ਗੁਰੂ ਵਾਲੇ ਸੁਭਾਅ 'ਚ ਰੰਗੇ ਜਾਣੇ ਚਾਹੀਦੇ ਆ ਅੱਜ ਤੋਂ ਬਾਅਦ। ਤੇ ਕੀ ਕਰਨਾ? ਮਹਾਰਾਜ ਕਹਿੰਦੇ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ। ਤੁਸੀਂ ਦੋਵਾਂ ਜਣਿਆਂ ਨੇ ਅੱਜ ਧਰਮ ਦ੍ਰਿੜ ਕਰ ਲੈਣਾ ਆਪਣੀ ਜ਼ਿੰਦਗੀ 'ਚ। ਤੇ ਧਰਮ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀ। ਵੀਰ ਨਵਨੀਤ ਸਿੰਘ ਕੱਲ ਤੁਹਾਨੂੰ ਦੱਸ ਰਿਹਾ ਸੀ ਵੀ ਪਾਪ ਕੀ ਹੁੰਦਾ, ਜੋ ਤੁਹਾਡੇ ਮਨ ਵਿੱਚ ਚੱਲਦਾ ਵਾ, ਜਿਹਨੂੰ ਤੁਸੀਂ ਅਸੀਂ ਪ੍ਰੈਕਟੀਕਲ ਨਹੀਂ ਕੀਤਾ। ਮੰਨ ਲਓ ਮੇਰੇ ਮਨ 'ਚ ਆਇਆ ਵੀ ਮੈਨੂੰ ਝੂਠ ਬੋਲਣਾ ਚਾਹੀਦਾ, ਮੇਰੇ ਗੁਰੂ ਸਾਹਿਬ ਕਹਿੰਦੇ ਨਾ, ਪਹਿਲੀ ਲਾਮ 'ਚ ਕਹਿੰਦੇ ਛੱਡ ਦੀ ਝੂਠ ਬੋਲਣਾ। ਅੱਜ ਤੋਂ ਬਾਅਦ ਕਦੀ ਵੀ ਨਹੀਂ ਬੋਲਣਾ, ਕਿਸੇ ਵੀ ਗੱਲ ਤੇ ਨਹੀਂ ਬੋਲਣਾ। ਤੁਹਾਡੇ ਦੋਵਾਂ ਦੀ ਲਾਈਫ, ਤੁਹਾਡੇ ਦੋਵਾਂ ਦੀ ਜ਼ਿੰਦਗੀ, ਤੁਹਾਡੇ ਦੋਵਾਂ ਦਾ ਜੀਵਨ ਸਟਾਈਲ ਬੜਾ ਪਾਰਦਰਸ਼ੀ ਚਾਹੀਦਾ। ਤੇ ਜੇ ਦੋਵਾਂ ਮੀਆਂ ਬੀਬੀ ਦੇ ਲਾਵਾਂ ਤੋਂ ਬਾਅਦ ਪਤੀ ਨੇ ਆਪਣੇ ਫੋਨ ਤੇ ਸਿਕਿਉਰਿਟੀ ਕੋਡ ਲਾ ਕੇ ਰੱਖਿਆ, ਤੇ ਜੇ ਨਹਾ ਰਿਹਾ ਹੋਇਆ ਬਾਥਰੂਮ 'ਚ ਉਧਰੋਂ ਫੋਨ ਤੇ ਵੱਜ ਗਈ ਬੈਲ, ਤੇ ਉੱਥੋਂ ਹੀ ਚੀਕੀ ਜਾਂਦਾ ਹੱਥ ਨਾ ਲਾਇਓ, ਚੁੱਕਿਓ ਨਾ। ਕੀ ਫੜ ਚੱਲਿਆ ਇਹਦੇ 'ਚ, ਚੁੱਕ ਲੈਣ ਦੇ। ਇਹਦਾ ਮਤਲਬ ਪਾਪ ਹੈ, ਅੰਦਰ ਜ਼ਹਿਰ ਭਰਿਆ। ਤੇ ਗੁਰੂ ਸਾਹਿਬ ਜੀ ਨੇ ਕੀ ਕਿਹਾ ਸੀ ਪਹਿਲੀ ਲਾਮ ਵਿੱਚ? ਪਾਪ ਤਜਾਇਆ ਬਲਰਾਮ ਜੀਓ। ਪਰ ਇਹ ਸੁਣੀ ਕਿੱਥੇ ਹੈ? ਖੋਜ ਸ਼ਬਦ ਮੈਂ ਲੈ, ਸ਼ਬਦਾਂ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰੋ। ਤੁਸੀਂ ਤਾਂ ਗੁਰੂ ਕੇ ਪਿਆਰਿਓ, ਇੰਨੀ ਪਿਆਰੀ ਬਾਣੀ ਹੈ, ਇੰਨੀ ਪਿਆਰੀ ਬਾਣੀ ਹੈ। ਇਸ ਬਾਣੀ ਬਾਰੇ ਤਾਂ ਮਹਾਰਾਜ ਨੇ ਪਤਾ ਨਹੀਂ ਕਿੰਨੀਆਂ ਥਾਵਾਂ ਤੇ ਲਿਖਿਆ, ਕਿੰਨੀਆਂ ਥਾਵਾਂ ਤੇ ਮਹਾਰਾਜ ਨੇ ਕਿਹਾ ਇਸ ਬਾਣੀ ਨੂੰ, ਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ। ਇਹ ਤਾਂ ਰੱਬ ਰੂਪ ਹੈ ਤੇਰੇ ਕੋਲ। ਤੇ ਨਾਲ ਸ਼ਬਦ ਵਰਤਿਆ ਤਿਸ ਜੇਵੜ ਅਵਰ ਨਾ ਕੋਏ। ਇਹਦੇ ਵਰਗਾ ਹੋਰ ਕੋਈ ਨਹੀਂ ਦੁਨੀਆ 'ਚ। ਮੇਰੇ ਤੋਂ, ਕਿਸੇ ਦੂਜੇ ਤੋਂ, ਕਿਸੇ ਤੀਜੇ ਤੋਂ ਪੁੱਛਣ ਦੀ ਕੀ ਲੋੜ ਹੈ? ਤੁਸੀਂ ਦੱਸ ਦਿਓ ਇਹਦੇ ਅਰਥ ਕੀ ਨੇ। ਤਿਸ ਜੇਵੜ ਅਵਰ ਨਾ ਕੋਏ, ਉਹਦੇ ਵਰਗਾ ਹੋਰ ਕੋਈ ਵੀ ਨਹੀਂ ਹੋਏਗਾ ਆਪਣੇ ਆਪ 'ਚ ਸਾਰਾ ਕੁਝ। ਤਾਂ ਮਹਾਰਾਜ ਨੇ ਕਿਹਾ ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰ ਨਾਮਾ। ਇਸ ਬਾਣੀ ਨੂੰ ਜੇ ਕੋਈ ਦਿਲੋਂ ਸਮਝੇ, ਇਸ ਬਾਣੀ ਨੂੰ ਕੋਈ ਜੀਉ ਜਾਣੈ, ਤੇ ਫਿਰ ਮਹਾਰਾਜ ਨੇ ਕਿਹਾ ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਗੁਰੂ ਦੀ ਬਾਣੀ ਸੱਚਾ ਰੱਬ ਦਾ ਰੂਪ ਹੈ, ਸਤ ਸਰੂਪ ਹੈ, ਰੱਬ ਦਾ ਹੀ ਰੂਪ ਹੈ। ਤੇ ਮਹਾਰਾਜ ਕੀ ਕਰਨਾ ਹੈ? ਕਹਿੰਦੇ ਗੁਰਬਾਣੀ ਬਣੀ ਹੈ, ਤੂੰ ਗੁਰਬਾਣੀ ਨੂੰ ਪੜ ਪੜ ਕੇ ਹੌਲੀ ਹੌਲੀ ਤੂੰ ਬਾਣੀ ਬਣ ਜਾਣਾ ਹੈ, ਤੂੰ ਬਾਣੀ ਵਰਗਾ ਹੋ ਜਾਣਾ ਹੈ।
ਤੇ ਸਾਨੂੰ ਅਗਲੇ ਕਹਿੰਦੇ ਨੇ ਸ਼ਬਦ ਪੜ੍ਹਨੇ ਹੀ ਨਹੀਂ ਤੁਸੀਂ, ਬਾਣੀ ਪੜ੍ਹਨੀ ਨਹੀਂ ਤੁਸੀਂ ਬਾਣੀ ਪੜ੍ਹੋਗੇ ਤੇ ਪਤਾ ਨਹੀਂ ਕੀ ਹੋ ਜਾਣਾ। ਬਾਣੀ ਤੋਂ ਡਰ ਲੱਗਦਾ ਸਾਨੂੰ ਸਾਰਿਆਂ ਨੂੰ। ਅਸੀਂ ਤੇ ਬਾਣੀ ਪੜ੍ਹਨੀ ਛੱਡ ਗਏ, ਨੌਜਵਾਨਾਂ ਨੂੰ ਬਾਣੀ ਤੋਂ ਦੂਰ ਕਰ ਲਿਆ, ਬੱਚਿਆਂ ਨੂੰ ਬਾਣੀ ਤੋਂ ਦੂਰ ਕਰ ਲਿਆ। ਤਾਂ ਕਰਕੇ ਮੈਂ ਕਿਹਾ ਸੀ ਖੋਜ ਸ਼ਬਦ ਮੈਂ ਲੈ, ਜੇ ਰੱਬ ਨੂੰ ਮਿਲਣਾ ਤੇ ਤੈਨੂੰ ਸ਼ਬਦ ਵਿੱਚੋਂ ਖੋਜਣਾ ਪੈਣਾ। ਤੇ ਅੱਜ ਬੰਦੇ ਸਾਡੇ ਕੋਲ ਆਓ, ਅਸੀਂ ਤੁਹਾਨੂੰ ਰੱਬ ਮਿਲਾ ਦੇਾਂਗੇ। ਇੱਥੇ ਪੰਜਾਬ 'ਚ ਤੁਹਾਡੇ ਇੱਕ ਰੱਬ ਨੂੰ 7-8 ਸਾਲ ਹੋ ਗਏ ਆ, ਫਰੀਜ਼ਰ 'ਚ ਲੱਗਾ ਰੱਬ। ਸ਼ਾਇਦ ਤੁਹਾਨੂੰ ਪਤਾ ਹੋਣਾ ਕਈਆਂ ਨੂੰ, ਤਾਂ 7-8 ਸਾਲ ਹੋ ਗਏ ਬਾਬੇ ਨੂੰ, ਹੋ ਸਕਦਾ ਜ਼ਿਆਦਾ ਹੀ ਹੋ ਗਏ ਹੁਣ। ਬਾਬਾ ਫਰੀਜ਼ਰ 'ਚ ਲੱਗਾ, ਲੋਕਾਂ ਦੀਆਂ ਜੋਤਾਂ ਜਗਾਉਣ ਵਾਲੇ ਦੀ ਆਪਣੀ ਬੁਝੀ ਪਈ ਹੈ 7-8 ਸਾਲਾਂ ਦੀ। ਤੇ ਸਾਡਾ ਸਿਸਟਮ ਵੇਖੋ ਕਿੱਦਾਂ ਦਾ ਹੈ, ਲਾਸ਼ ਪਈ ਹੈ ਫਰੀਜ਼ਰ 'ਚ ਤੇ ਸਾਡੇ ਲੋਕ ਕਹਿੰਦੇ ਨੇ ਨਹੀਂ ਮਹਾਂਪੁਰਸ਼ ਸਮਾਧੀ 'ਚ ਨੇ। ਵਾਹ ਵਾਹ, ਕਿੱਥੇ ਹੈ? ਪੰਜਾਬ 'ਚ। ਪੰਜਾਬ 'ਚ ਨਾ ਕੀ ਲੈਣਾ, ਚਲੋ ਇਹੋ ਜਿਹੇ ਬੰਦੇ ਦਾ ਕਾਹਨੂੰ ਨਾਂ ਲੈਣਾ ਹੁੰਦਾ। ਮੈਨੂੰ ਡਰ ਨਹੀਂ ਕੋਈ ਨਾਂ ਲੈਣ ਦਾ, ਗੁਰੂ ਦੀ ਗੋਦ 'ਚ ਬਹਿ ਕੇ ਕਾਹਦਾ ਡਰ ਹੋਣਾ। ਪਰ ਮੈਂ ਕਹਿੰਦਾ ਇਹੋ ਜਿਹੇ ਘਟੀਆ ਬੰਦੇ ਦਾ ਨਾਂ ਗੁਰੂ ਦੀ ਹਜ਼ੂਰੀ 'ਚ ਕਾਹਤੋਂ ਲੈਣਾ। ਮੈਂ ਸਿਰਫ ਤੁਹਾਨੂੰ ਸੰਕੇਤਕ ਗੱਲ ਦੱਸਣੀ ਵੀ ਸਾਡੇ ਬੰਦੇ ਰੱਬ ਬਣਾਈ ਕਿਹਨੂੰ ਫਿਰਦੇ, ਕਿਸ ਬੰਨੇ ਨੂੰ ਸਾਡਾ ਜਗਤ ਤੁਰ ਪਿਆ। ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਕਿਹਾ ਫਿਰ ਗੁਰੂ ਆਰਾਧਨਾ ਕੀ ਹੁੰਦਾ ਹੈ? ਮਹਾਰਾਜ ਤੁਸੀਂ ਕਹਿੰਦੇ ਹੋ ਗੁਰ ਗੁਰ ਹਰ ਹਰ ਕਰਤਾ ਰੇ, ਹਰ ਆਰਾਧਨਾ ਜਾਨਾ ਰੇ। ਏਦਾਂ ਗੁਰੂ ਗੁਰੂ ਕਹਿਣਾ ਨਹੀਂ ਹੁੰਦਾ, ਏਦਾਂ ਹਰੀ ਨਹੀਂ ਆਰਾਧਿਆ ਜਾਂਦਾ, ਫਿਰ ਉਹ ਕਿਵੇਂ ਹੋ ਸਕਦਾ ਹੈ? ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਉਹ ਗੁਰੂ ਨੂੰ ਆਰਾਧਨਾ ਹੁੰਦਾ ਹੈ ਗੁਰ ਬਿਨ ਘੋਰੇ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਜਿੱਦਣ ਤੈਨੂੰ ਗੁਰੂ ਤੋਂ ਬਿਨਾਂ ਸਮਝ ਨਾ ਲੱਗੇ ਤੇ ਤੂੰ ਭੱਜ ਕੇ ਗੁਰੂ ਕੋਲ ਆਵੇਂ ਵੀ ਮਹਾਰਾਜ ਸਮਝਾਓ ਗੱਲ ਮੈਨੂੰ, ਤੇ ਸਮਝ ਲਈ ਤੇਰੇ ਅੰਦਰ ਗੁਰੂ ਦਾ ਪਿਆਰ ਜਾਗ ਰਿਹਾ। ਤੇ ਜਿੱਦਣ ਤੂੰ ਕਿਸੇ ਬਾਬੇ ਦੇ ਪੈਰਾਂ 'ਚ ਜਾ ਕੇ ਬਹਿ ਗਿਆ, ਕਿਸੇ ਸਾਧ ਕੋਲ ਚਲਾ ਗਿਆ, ਕਿਸੇ ਕਬਰ ਕੋਲ ਚਲਾ ਗਿਆ, ਕਿਸੇ ਲੌਂਗ ਲਾਚੀ ਵਾਲੇ ਕੋਲ ਚਲੇ ਗਿਆ, ਇਹਦਾ ਮਤਲਬ ਹੈ ਗੁਰ ਗੁਰ ਹਰ ਹਰ ਕਰਤਾ ਰੇ, ਹਰ ਆਰਾਧਨਾ ਜਾਨਾ ਰੇ। ਕਰੀ ਤੇ ਜਾਨਾ ਤੋਂ ਗੁਰੂ ਗੁਰੂ, ਪਰ ਤੈਨੂੰ ਪਤਾ ਹੀ ਨਹੀਂ ਗੁਰੂ ਕੀ ਹੈ। ਜਿੱਦਣ ਪਤਾ ਲੱਗੇਗਾ ਉਦਣ ਇੱਥੇ ਆਏਗਾ। ਗੁਰ ਬਿਨ ਘੋਰੇ ਅੰਧਾਰ, ਗੁਰੂ ਬਿਨ ਸਮਝ ਨ ਆਵੇ। ਗੁਰ ਬਿਨ ਸੁਰਤ, ਗੁਰੂ ਤੋਂ ਬਿਨਾਂ ਕਿਤੇ ਹੋਰ ਨਹੀਂ ਸੁਰਤ ਲਾਉਣੀ। ਤੇ ਸਾਡੀਆਂ ਸੁਰਤਾਂ ਤੇ ਪਤਾ ਨਹੀਂ ਕਿੱਥੇ ਕਿੱਥੇ ਲੱਗੀਆਂ ਪਈਆਂ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਗੁਰੂ ਤੋਂ ਬਿਨਾਂ ਕਿਤੇ ਮੁਕਤੀ ਨਹੀਂ ਮਿਲਦੀ। ਤੇ ਬਥੇਰੇ ਇੱਥੇ ਬੰਦੇ ਮੁਕਤੀ ਮਿਲ ਜਾਂਦੀ ਜੀ, ਫਲਾਣੇ ਥਾਂ ਤੋਂ ਮੁਕਤੀਆਂ ਲੈ ਆਓ। ਨਹੀਂ ਚਾਹੀਦੀ ਸਾਨੂੰ ਮੁਕਤੀ, ਅਸੀਂ ਕੋਈ ਗਾਹਕ ਨਹੀਂ ਆ ਮੁਕਤੀ ਦੇ। ਨਾਲੇ ਸਿੱਖ ਨੂੰ ਕਿਸੇ ਨੇ ਕੀ ਮੁਕਤ ਕਰਨਾ, ਸਿੱਖ ਤਾਂ ਵੈਸੇ ਹੀ ਮੁਕਤ ਹੈ। ਕਿਉਂ ਮੁਕਤ ਹੈ ਭਲਾ? ਕਿਉਂਕਿ ਸਿੱਖ ਰੋਜ਼ ਪੜ੍ਹਦਾ ਆ ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਸਾਰੇ ਕਰਿਓ ਕਿਰਪਾ ਇੱਕ ਵਾਰ, ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਗੱਜ ਕੇ, ਆਵਾਜ਼ ਬਹੁਤ ਢਿੱਲੀ ਆਉਂਦੀ ਹੈ ਤੁਹਾਡੀ, ਆ ਵੀਰਾਂ ਦੀ ਆਉਂਦੀ ਹੈ, ਮੇਰੇ ਨਾਲ ਦਿਆਂ ਦੀ ਸਾਰਿਆਂ ਦੀ, ਤੁਹਾਡੀ ਘੱਟ ਆਉਂਦੀ ਆਵਾਜ਼। ਗੱਜ ਕੇ ਬੋਲੋ ਇੱਕ ਵਾਰ, ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਵਾਹ ਜੀ ਵਾਹ। ਕੈਸੇ ਤੋਂ? ਆਪ ਮੁਕਤ ਮੋਹਿ ਤਾਰੇ, ਆਪ ਮੁਕਤ ਮੋਹਿ ਤਾਰੇ। ਆਪ ਮੁਕਤ ਮੋਹਿ ਤਾਰੇ, ਆਪ ਮੁਕਤ ਮੋਹਿ ਤਾਰੇ। ਇਹੋ ਜੇ ਗੁਰੂ ਤੋਂ ਮੈਂ ਬਲਿਹਾਰ ਜਾਨਾ ਜਿਹੜਾ ਆਪ ਮੁਕਤ ਹੈ ਤੇ ਮੈਨੂੰ ਵੀ ਮੁਕਤ ਕਰ ਦੇਗਾ। ਤੇ ਅਸੀਂ ਜਾਣੇ ਉਹਨਾਂ ਕੋਲ ਜਿਹੜੇ ਆਪ ਵੀ ਮੁਸੀਬਤਾਂ 'ਚ ਫਸੇ ਨੇ ਤੇ ਸਾਨੂੰ ਵੀ ਮੁਸੀਬਤਾਂ 'ਚ ਫਸਾ ਦੇਣਗੇ। ਇਸ ਕਰਕੇ ਬਾਬੇ ਨੇ ਕਿਹਾ ਜਿਸ ਮਾਨੁਖ ਪੈ ਕਰੋ ਬੇਨੰਤੀ, ਸੋ ਆਪਣੇ ਦੁੱਖ ਭਰਿਆ।
फिर महाराज मैं कित्थे जावां, बंदे ते विपता नाल भरे ने, तुसीं दस रहे हो। ते महाराज कहंदे हौसला थोड़ी छड्डना है, परेशान थोड़ी होना है, की करना है महाराज। सच्चे पातशाह जी कहंदे पार ब्रह्म जिन हृदय आराध्या, तिन भौ सागर तरिया। जिन्हें रब नूं हिरदे च दृढ़ कर लिया वो भौ सागर तर जांदा, उहनूं बंदे कोल जाण दी लोड़ की है भला। उन्हें छड्डता है, उहनूं पता लग गया ते वो फिर जीवन किदां दा जींदा है, सुरत भी गुरु नाल जोड़दा है, ਉਹਦੀ होर किते सुरत नहीं जुड़दी। महाराज सच्चे पातशाह जी कहंदे गुर बिन सुरत न सिद्ध, गुरु बिन मुक्त ना पावै। गुर कर सच विचार, गुरु कोल आण के सच ते विचार करया कर, गुरु वालियां गल्लां नूं दृढ़ करया कर। गुर कर सच विचार, गुरु कर रे मन मेरे, गुर कर शब्द सपुन, गुरु दा शब्द दृढ़ कर, जेड़ा पूरा है, जेड़ा कंप्लीट है, जेड़ा अधूरा नहीं है, जेड़ा सच्ची मुच्ची पूरा है। तां असीं कहने आ पूरा प्रभ आराध्या, पूरा जाका नौ नानक, पूरा पाया पूरे के गुण गाओ। असीं अधूरियां दे गुण गा रहे हैं। ते नाल महाराज ने फिर ये भी लिखिया शब्द विच, पूरे का किया सब किश पूरा, घाटवाद किश नाही। उन्हें अधूरी थोड़ी छड्डी है गल। तो मैनू दस्सिओ साडा गुरु पूरा है कि अधूरा है? उच्ची बोल के दस्सिओ माड़ा जिहा। पूरा तुहानू भी यकीन है, मैनू भी यकीन है। ते असीं किहदे आ? अपने, उच्ची बोलो, किहदे आ असीं? अपने गुरु दे। ते जे साडा गुरु पूरा है तो सानू अधूरे छड्डेगा वो? यकीन क्यों नहीं करते? विश्वास क्यों नहीं करते? भरोसा क्यों नहीं करते? ट्रस्ट क्यों नहीं करते? कि साडा गुरु पूरा है तो सानू भी पूरे करेगा। मैं तुहानू कहा सी साडियां इच्छा हुंदियां ने कुछ, समाप्ति करन लगा वक्त नहीं। साडी उम्र लम्मी होवे, सानू लोक जानन। ते जपजी साहब च रोज महाराज सानू सवेरे कहिंदे आ, जे जुग चारे आर जा। जे चार जुगां च नहीं हो जाए बहुत है। किन्नी को उम्र लम्मी हो जाएगी? 70-80 साल के बाद तो बंदा, वैसे 90 साल बाद तो बंदा आप ही कहता भी महाराज हुण करो किरपा। जेड़े बंदे दियां आपां पहलां तंदुरुस्ती दियां अरदासां कराउने ना भी महाराज तंदुरुस्ती बख्शो, तंदुरुस्ती बख्शो, ते जदों 100 साल तो उत्ते हो जाता फिर महाराज नूं आण के कहण लग पैंदे महाराज तंदुरुस्ती बख्शो, पर उहदे अर्थ तंदुरुस्ती नहीं हुंदे। तंदुरुस्ती थोड़ी हुंदे ने। साडा वीर है जर्मन च बाहर, तो जे दुनिया इत्थे इदां दी है तो बाहर भी इदां दे ने। कईयां नूं ऐ लगदा शायद बाहरले मुल्कां वाले बड़े सियाणे ने, वेखे असीं जाके सारे इक्को जे ने, इत्थों ही गए ने। दुनिया इदां दी है सारियां थावां ते। उत्थे साडे वीर कोल एक परिवार आया, कहंदे जी अरदास करनी है बजुर्गां दी चढ़दी कला दी। कहंदे मैं करती अरदास, क्योंकि क्या सी हुण करनी सी चढ़दी कला दी अरदास। कहंदे अरदास करके मैं अजे अपने टिकाणे ते पहुंचिया भी नहीं तो परिवार वालियां दा फोन आ गया। कहंदे महाराज ने किरपा करती, अरदास पूरी हो गई। वो वीर कहंदा मैनू भी अपने आप ते शक होया भी रब ने एडी छेती सुन ली मेरी। मैं होर ही कुछ मंग लैंदा जे रब एडी छेती सुनदा है। ते मैं कहंदा मैं पुछ लिया कि चढ़दी कला च हो गए बजुर्ग? कहंदे हाँ बस सवास पूरे हो गए। इहदा मतलब उन्हां दे चढ़दी कला दे अर्थ की सी? वो जिंदगी थोड़ी मंगते सी बजुर्गों की, वो तो ये मंगते सी भी हुण सेवा नहीं हुंदी ते महाराज करो किरपा। हुण सीधा कहिंदे नहीं असीं, पर असल च कहिंदे असीं इहो ही सां। पर सच्चाई ये है इदां नहीं हुंदा। महाराज सच्चे पातशाह कहंदे मेरे बच्चिआ किन्नी क चाहीदी है उम्र? तैनूं उमरां दी बड़ी रहिंदी है, किन्नी क उम्र मिल जाए तैनूं? जे जुग चारे आर जा, चार जुगां जिन्नी हो जाए सर जाएगा। महाराज कहते जे नहीं सरदा तो होर दसूणी होए।
10 गुणा और ਵਧਾ ਦਿੰਨੇ ਆ। ਜੇ ਤੇਰਾ ਪੇਟ ਭਰ ਜਾਏ, ਜੇ ਤੂੰ ਰੱਜ ਜਾਏ, ਜੇ ਤੂੰ ਤ੍ਰਿਪਤ ਹੋ ਜਾਏ ਤੇ ਹੋਰ ਵਧਾ। ਕਿਹੜੀ ਬਾਣੀ ਚ ਕਿਹਾ ਏ? ਜਪਜੀ ਸਾਹਿਬ ਵਿੱਚ। ਪਰ ਸਿੱਖ ਨੇ ਨਹੀਂ ਸੁਣੀ ਧਿਆਨ ਨਾਲ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਐ। 9 ਖੰਡ। ਆਪਾਂ ਨੂੰ ਤਾਂ ਇਹ ਹੁੰਦਾ ਨਾ ਵੀ ਪਿੰਡ ਚ ਬੱਲੇ ਬੱਲੇ ਹੋ ਜਾਏ ਆਪਣੀ। ਕਈਆਂ ਨੂੰ ਹੁੰਦਾ ਵੀ ਮੋਹਾਲੀ ਜ਼ਿਲ੍ਹੇ ਚ ਬੱਲੇ ਬੱਲੇ ਹੋ ਜਾਏ। ਤੁਹਾਨੂੰ ਤੁਹਾਡੇ ਪਿੰਡ ਵਾਲਿਆਂ ਨੂੰ ਇਹ ਵੀ ਮੋਹਾਲੀ ਚ ਹੋ ਜਾਏ ਬੱਲੇ ਬੱਲੇ। ਜੇ ਬਹੁਤੀ ਕੋਈ ਛਾਲ ਮਾਰੂ ਤੇ ਪੰਜਾਬ ਚ ਬੱਲੇ ਬੱਲੇ ਕਰਾ ਲੂ। ਪਰ ਮੇਰਾ ਬਾਪੂ ਤੇ ਕਹਿੰਦਾ ਨਵਾਂ ਖੰਡਾਂ ਵਿੱਚ ਜਾਣੀ ਐ। ਤੇ ਕਈ ਬੰਦੇ ਪਤਾ ਕਹਿੰਦੇ ਲੈ ਕਾਹਦੀ ਜ਼ਿੰਦਗੀ ਹੈ ਜਦੋਂ 4 ਬੰਦਿਆਂ ਨੇ ਨਾਲ ਹੀ ਨਹੀਂ ਤੁਰਨਾ। ਮਹਾਰਾਜ ਕਹਿੰਦੇ ਨਾਲ ਚੱਲੇ ਸਭ ਕੋਏ। ਤੇਰੇ ਨਾਲ ਸਾਰੇ ਲੋਕ ਤੁਰਦੇ ਹੋਣ, ਦੁਨੀਆ ਤੁਰਦੀ ਹੋਵੇ, ਤੇ ਫਿਰ ਬੰਦੇ ਨੂੰ ਅਗਲੀ ਭੁੱਖ ਹੁੰਦੀ ਹੈ ਵੀ ਐ ਨਾ ਹੋਵੇ ਪੂਰਾ ਬਣਿਆ ਆਪਣਾ। ਮਹਾਰਾਜ ਕਹਿੰਦੇ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ। ਇੱਥੋਂ ਤੱਕ ਕਰਤੀ ਬੰਦੇ ਦੀ ਬਿਰਤੀ ਦੀ ਗੱਲ। ਸਾਨੂੰ ਇਹ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਕੀ ਹੁਣ ਅਸਲ ਗੱਲ ਸਮਝਾਉਂਦੇ ਨੇ। ਕੀ ਕਹਿੰਦੇ ਮਹਾਰਾਜ? ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ। ਤੇ ਕੀ ਵਰਤਿਆ ਸ਼ਬਦ? ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ। ਤੇਰੀ ਕੀ ਔਕਾਤ ਹੈ ਭਾਈ? ਤੂੰ ਹੈ ਕੀ? ਤੂੰ ਹੈ ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨ ਸੈ ਨੀਤ। ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਸੁਣਦਾ ਕੌਣ ਹੈ? ਸਵਾਲ ਤੇ ਇਹ ਵੀ ਸੁਣਦੇ ਨਹੀਂ ਆਪਾਂ। ਆਪਾਂ ਤੇ ਪਿੰਡਾਂ ਵਾਲਿਆਂ ਨੂੰ ਇਹ ਪਤਾ ਹੁੰਦਾ ਵੀ ਭੋਗ ਕਦੋਂ ਪੈਣਾ। ਕਹਿੰਦੇ ਜਦੋਂ 2 ਬਾਬੇ ਬਹਿ ਗਏ। ਭੋਗ ਕਦੋਂ ਪੈਣਾ? ਸਿੰਪਲ ਆਈਡੀਆ ਸਾਡਾ। ਜਦੋਂ 2 ਬਾਬੇ ਬਹਿ ਜਾਣ, ਏਦਾਂ ਦੀ ਟਿਊਨ ਗੁਰਦੁਆਰਿਓਂ ਆਵੇ, ਗੁਣ ਗੋਬਿੰਦ ਗਾਇਓ ਨਹੀਂ, ਕਹਿੰਦੇ ਵੀ ਹੁਣ ਭੋਗ ਪੈਣੀ ਵਾਲਾ, ਚਲੋ ਟੇਕੀਏ ਮੱਥਾ ਗੁਰਦੁਆਰੇ। ਸਮਝਾ ਲਓ ਸਿੱਖੀ ਇਹਨਾਂ ਨੂੰ, ਦੱਸ ਲਓ ਸਿੱਖੀ ਦੀ ਗੱਲ। ਹੁਣ ਸੁਣ ਲਓ, ਮੈਂ ਕਹਿੰਦਾ 2 ਬਾਬਿਆਂ ਦੀ ਸੁਣ ਲਓ। ਜੇ 3 ਦਿਨ ਇੱਕ ਦੀ ਨਹੀਂ ਸੁਣੀ, ਹੁਣ 2 ਵਿਚਾਰੇ ਬਹਿ ਕੇ ਸੁਣਾਉਣਾ ਚਾਹੁੰਦੇ, ਦੋਵਾਂ ਦੀ ਸੁਣ ਲਓ। ਉਹ 2 ਬਹਿ ਰਹੇ ਇਕੱਠੇ, ਹੇਕਾਂ ਲਾ ਲਾ ਕੇ ਕਹਿ ਰਹੇ ਗੁਣ ਗੋਬਿੰਦ ਗਾਇਓ ਨਹੀਂ। 3 ਦਿਨ ਲੰਘ ਗਏ, ਇੱਕ ਵੀ ਗੁਣ ਨਹੀਂ ਗਾਇਆ ਤੁਸੀਂ। ਪਰ ਫਿਰ ਨਹੀਂ ਸੁਣਨੀ, ਟਿਊਨ ਨਹੀਂ ਸੁਣਨੀ ਬਸ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ। ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੋ। ਤੇ ਮਹਾਰਾਜ ਨੇ ਫਿਰ ਕਿਹਾ ਤਰਨਾ ਪੋਇਓ ਹੀ ਗਇਓ। ਏਦਾਂ ਹੀ ਲੰਘ ਗਈ ਤੇਰੀ ਸਾਰੀ ਵੇਖ। ਤਰਨਾ ਪੋ, 3 ਉਮਰਾਂ ਲੰਘ ਗਈਆਂ। ਬਾਲ ਜਵਾਨੀ ਅਰ ਬਿਰਧ ਫੋਨ 3 ਅਵਸਥਾ, 3 ਲੰਘ ਗਈਆਂ ਤੇਰੀਆਂ। ਤੇ ਮਹਾਰਾਜ ਨੇ ਫਿਰ ਇਹ ਵੀ ਸ਼ਬਦ ਵਰਤਿਆ ਲਿਓ ਜਰਾ ਤਨ ਜੀਤ। ਹੁਣ ਬੁਢੇਪਾ ਆ ਗਿਆ, ਹੁਣ ਵਸ ਦੀ ਗੱਲ ਨਹੀਂ ਰਹੀ ਤੇਰੇ। ਪਰ ਮੰਨਿਆ ਅਜੇ ਵੀ ਨਹੀਂ। ਮਹਾਰਾਜ ਫਿਰ ਉਹਨਾਂ ਸ਼ਲੋਕਾਂ ਜੀ ਕਹਿੰਦੇ ਕਰਨੋ ਹੋ ਤੋ ਸੋ ਨਾ ਕੀਓ। ਜੋ ਕਰਨਾ ਸੀ ਨਹੀਂ ਕੀਤਾ। ਪਰਿਓ ਲੋਭ ਕੇ ਫੰਦ ਨਾਨਕ ਸਮਿਓ ਰਮ ਗਇਓ। ਅਬ ਕਿਉਂ ਰੋਵਤ ਅੰਨਿਆ। ਹੁਣ ਤੇਰੇ ਰੋਣ ਦਾ ਫਾਇਦਾ ਕੋਈ? ਕੋਈ ਮੇਰਾ ਵੀਰ ਭਰਾ, ਮੇਰੀ ਭੈਣ ਗੁੱਸਾ ਨਾ ਕਰੇ ਵੀ ਅੰਨੇ ਕਹਿਤਾ। ਮੈਂ ਨਹੀਂ ਕਿਹਾ, ਮੇਰੀ ਨਹੀਂ ਔਕਾਤ ਇੰਨੀ ਮੈਂ ਕਿਸੇ ਨੂੰ ਅੰਨਾ ਕਵਾਂ। ਸਮੇਤ ਮੇਰੇ ਤੁਹਾਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਅੰਨੇ ਹੋ ਤੁਸੀਂ। ਮੈਨੂੰ ਵੀ ਕਹਿੰਦੇ ਨੇ ਅਬ ਕਿਉਂ ਰੋਵਤ ਅੰਧ। ਅੰਧ ਮਤਲਬ ਅੰਨਾ। ਮਹਾਰਾਜ ਕਹਿੰਦੇ ਹੁਣ ਕਿਉਂ ਰੋਣੇ ਧੋਣੇ ਲੈ ਕੇ ਬੈਠਾ ਅੰਨੇ ਆ ਕਿਸੇ ਥਾਂ ਦੇ ਆ। ਤੇ ਫਿਰ ਅਸੀਂ ਕਹਿੰਦੇ ਆ ਰੱਬ ਨੇ ਵਿਗਾੜਤੇ ਸਾਡੇ ਕਾਜ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਪੜ੍ਹਿਓ, ਤਿਲੰਗ ਮਹੱਲਾ 9ਵਾਂ। ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਅਵਸਰ ਬੀਤਿਓ। ਤੇ ਮਹਾਰਾਜ ਤੇ ਨਿੱਕੀਆਂ ਨਿੱਕੀਆਂ ਗੱਲਾਂ ਸਮਝਾ ਰਿਹਾ ਵੀ ਵੇਲਾ ਲੰਘਦਾ ਜਾਂਦਾ, ਟਾਈਮ ਹੋ ਗਿਆ। ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ। ਤੇ ਅਸੀਂ ਕਿਹਾ ਨਹੀਂ ਨਹੀਂ ਮਹਾਰਾਜ, ਅਜੇ ਤੇ ਅਸੀਂ ਹੋਰ ਕੰਮਾਂ 'ਚ ਲੱਗੇ ਆ।
ਉਹ ਠੀਕ ਕਰ ਲੈਣ ਦੋ, ਫਿਰ ਤੁਹਾਡੀ ਵੀ ਸੁਣ ਲਾਂਗੇ। ਮਹਾਰਾਜ ਕਹਿੰਦੇ ਗੱਲ ਤੇ ਸੁਣ ਲਾ ਮੇਰੀ ਧਿਆਨ ਨਾਲ, ਜਿਹੜੇ ਕੰਮਾਂ 'ਚ ਤੂੰ ਲੱਗਾ, ਸੰਪਤ ਰਥ ਤਨ ਰਾਜ ਸਿਓ ਅਤ ਨੇਹ ਲਗਾਇਓ। ਪਰ ਤੈਨੂੰ ਪਤਾ ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇਓ। ਹੁਣ ਅਗਲੀ ਗੱਲ ਸੁਣਿਓ, ਜਾਨ ਬੂਝ ਕੇ ਬਾਵਰੇ। ਬਾਵਰੇ ਕਹਿੰਦੇ ਪਾਗਲ ਨੂੰ। ਕਈ ਕਹਿੰਦੇ ਬਾਣੀ ਨਾ ਮਿੱਠੇ ਬੋਲਣ ਵਾਲਿਆਂ ਦੀ ਹੈ, ਮੈਂ ਵੀ ਮੰਨਦਾ ਮਿੱਠੇ ਬੋਲਣ ਵਾਲਿਆਂ ਦੀ ਹੈ, ਪਰ ਜਿੱਥੇ ਜਿੱਥੇ ਗੁਰੂ ਸਾਹਿਬ ਨੂੰ ਕਿਤੇ ਲੋੜ ਪਈ ਨਾ, ਮਹਾਰਾਜ ਨੇ ਜਿਹੜੀ ਛਿੱਲ ਲਾਈ ਹੈ ਨਾ ਸਾਡੀ ਸਾਰਿਆਂ ਦੀ, ਲਿਹਾਜ਼ ਕੀਤਾ ਨਹੀਂ ਬਾਪੂ ਨੇ। ਇਹ ਗੱਲ ਵੱਖਰੀ ਹੈ, ਤਾਂ ਹੀ ਭੱਜਦੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ, ਕਿ ਗੁਰੂ ਸਾਹਿਬ ਦੀ ਨਾ ਸਾਹਮਣੇ ਬਹਾ ਕੇ ਤੇ ਚਪੇੜ ਬੜੀ ਕਰਾਰੀ ਫੇਰਦੇ ਆ। ਗੁਰੂ ਦੀ ਚਪੇੜ ਹੈ ਬੜੀ ਕਰਾਰੀ। ਮਹਾਰਾਜ ਕਹਿੰਦੇ ਐਵੇਂ ਬਹਾਨੇ ਲਾਉਣਾ ਰਹਿਣਾ, ਐ ਹੋ ਗਿਆ, ਉਹ ਹੋ ਗਿਆ, ਉਹਨੇ ਕਰਤਾ। ਕਹਿੰਦੇ ਨਾ 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 ਨਾ, ਜਾਨ ਬੂਝ ਕੇ ਬਾਵਰੇ। ਉਹ ਪਾਗਲ ਬੰਦਿਆ, ਓਏ ਬੇਵਕੂਫਾ, ਜਾਣ ਬੁੱਝ ਕੇ ਆਪਣੀ ਜ਼ਿੰਦਗੀ ਦੇ ਕਾਜ ਵਿਗਾੜਿਆ। ਜਾਨ ਬੂਝ ਕੇ ਬਾਵਰੇ ਤੈਂ ਕਾਜ ਬਿਗਾਰਿਓ, ਪਾਪ ਕਰਤ ਸੁਖ ਚੋ ਨਹੀਂ ਨਹ ਗਰਭ ਨਿਵਾਰਿਓ। ਪਾਪ ਕਰਨ ਲੱਗਿਆ ਸੰਗ ਆਉਂਦੀ ਤੈਨੂੰ, ਮਾੜੇ ਕੰਮ ਕਰਨ ਲੱਗਾ ਬੰਦਾ, ਚੰਗਿਆਈ ਆਲਕ ਕਰੈ ਬੁਰਿਆਈ ਹੋਵੇ। ਸ਼ੇਰ ਚੰਗੇ ਕੰਮਾਂ ਲਈ ਬੰਦਾ ਐਂ ਲੱਗਦਾ ਜਿਵੇਂ ਬਿਮਾਰ ਹੋਵੇ, ਤੇ ਮਾੜੇ ਕੰਮਾਂ ਲਈ ਐਂ ਲੱਗਦਾ ਜਿਵੇਂ 4 ਬੰਦਿਆਂ ਜਿੰਨੀ ਜਾਨ ਆ ਗਈ ਹੋਵੇ ਇਹਦੇ 'ਚ। ਤੁਸੀਂ ਕਦੀ ਬੰਦੇ ਨੂੰ ਗੁਰਦੁਆਰੇ ਜਾਂਦਾ ਵੇਖਿਓ ਤੇ ਠੇਕੇ ਵਾਲਾ ਜਾਂਦਾ ਵੇਖਿਓ, ਸਪੀਡ ਦਾ ਫਰਕ ਵੇਖਿਓ ਤੁਸੀਂ। ਗੁਰਦੁਆਰੇ ਆਉ ਝੂਲ ਝੂਲ ਕੇ ਏਦਾਂ ਵੀ ਚੱਲਦੇ ਆ, ਅਜੇ ਕਿਹੜਾ ਭੋਗ ਪੈਣ ਵਾਲਾ, ਅਜੇ ਘੜੀ ਲੱਗ ਜਾਣੀ ਆ। ਠੇਕੇ ਵਾਲਾ ਐ ਜਾਂਦਾ ਵੀ ਜਿਵੇਂ ਹੁਣੇ ਹੀ ਬੰਦ ਹੋ ਜਾਣਾ, ਬਾਅਦ 'ਚ ਨਹੀਂ ਮਿਲਣੀ ਕਿਤੇ ਵੀ। ਵੀ ਕਮਲੇ ਆ ਵੀ ਸਾਰੀਆਂ ਦੁਕਾਨਾਂ ਤੋਂ ਬਾਅਦ, ਸਭ ਤੋਂ ਬਾਅਦ ਕਿਹੜੀ ਦੁਕਾਨ ਬੰਦ ਹੁੰਦੀ ਆ ਭਲਾ ਸ਼ਹਿਰਾਂ 'ਚ? ਵਾਹ ਵਾਹ, ਗੌਰਮੈਂਟ ਵੀ ਸਾਡੀ ਕਿੰਨੀ ਸਿਆਣੀ ਹੈ, ਉਹ ਸੋਚਦੀ ਵੀ ਕੋਈ ਰਹਿ ਨਾ ਜਾਏ ਕਿਤੇ। ਕਿੰਨਾ ਕਿੰਨਾ ਸਾਡਾ ਸਿਸਟਮ ਕਰਪਟ ਹੋਇਆ ਪਿਆ। ਤੇ ਮਹਾਰਾਜ ਕਹਿੰਦੇ ਸੁਰਤ ਤੂੰ ਇੱਧਰ ਜੋੜੀ ਨਹੀਂ ਨਾ, ਜਾਨ ਬੂਝ ਕੇ ਬਾਵਰੇ ਤੈਂ ਕਾਜ ਬਿਗਾਰਿਓ, ਪਾਪ ਕਰਤ ਸੁਖ ਜਿਉ ਨਹੀਂ। ਤੈਨੂੰ ਸੰਗ ਨਹੀਂ ਆਈ ਪਾਪ ਕਰਦਿਆਂ, ਤੈਨੂੰ ਸ਼ਰਮ ਨਹੀਂ ਆਈ? ਸਿੱਧਾ ਐਂ ਕਹਿ ਲੋ, ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਸ਼ਰਮ ਨਹੀਂ ਆਉਂਦੀ ਤੈਨੂੰ? ਗੁੱਸਾ ਨਾ ਕੋਈ ਮੇਰਾ ਵੀਰ, ਕੋਈ ਮੇਰੀ ਭੈਣ, ਕੋਈ ਮੇਰੀ ਮਾਤਾ ਕਰੇ, ਮੇਰੀ ਨਹੀਂ ਇੰਨੀ ਸਮਰੱਥਾ ਮੈਂ ਤੁਹਾਨੂੰ ਕਹਿ ਸਕਾਂ। ਤਿਲੰਗ ਮਹੱਲਾ 9ਵਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਆ, ਸ਼ਰਮ ਨਹੀਂ ਆਉਂਦੀ? ਪਾਪ ਕਰਤ ਸੁਖ ਜਿਉ ਨਹੀਂ ਨਹਿ ਗਰਭ ਨਿਵਾਰਿਓ। ਤੂੰ ਹੰਕਾਰ ਕੱਢਦਾ ਕਿਉਂ ਨਹੀਂ ਆਪਣੇ ਦਿਮਾਗ ਚੋਂ? ਹੱਸ ਲਿਆ ਕਰ, ਕੀ ਲੈ ਜਾਣਾ ਇਸ ਦੁਨੀਆ ਤੋਂ? ਐਵੇਂ ਮੱਥੇ ਤੇ ਤਿਉੜੀਆਂ ਪਾਈਆਂ ਪਈਆਂ ਬੰਦੇ ਨੇ, ਸਵੇਰ ਤੋਂ ਹੀ ਏਦਾਂ ਗੱਲਾਂ ਫੈਲਾ ਲੈਂਦੇ ਆ ਵੀ ਜਿਵੇਂ ਪਤਾ ਨਹੀਂ ਕੀ ਕਰ ਦੇਣਾ ਇਹਨਾਂ ਨੇ। ਹੱਸ ਲਿਆ ਕਰੋ ਯਾਰ ਇੱਕ ਦੂਜੇ ਵੱਲ ਵੇਖ ਕੇ। ਕੀ ਹੋਇਆ? ਆਪਣੇ ਹੀ ਪਿੰਡ ਦੇ ਨੇ, ਆਪਣੇ ਹੀ ਲੋਕ ਨੇ, ਆਪਣੇ ਹੀ ਚਾਚੇ ਤਾਏ ਨੇ, ਆਪਣੇ ਭਰਾ ਨੇ, ਆਪਣੀਆਂ ਹੀ ਬੱਚੀਆਂ ਨੇ, ਆਪਣੇ ਹੀ ਲੋਕ ਨੇ, ਆਪਣੇ ਵੀਰ ਨੇ। ਪਰ ਨਾ, ਦੁਖੀ ਤੇ ਆਪਣਿਆਂ ਦਾ ਹੁੰਦਾ, ਦੂਜਿਆਂ ਦਾ ਦੁੱਖ ਥੋੜੀ ਹੁੰਦਾ। ਬੰਦਾ ਸਭ ਤੋਂ ਵੱਧ ਅੱਜ ਦੁਖੀ ਆਪਣੇ ਦੇ ਸੁੱਖਾਂ ਤੋਂ ਹੈ। ਸੋ ਗੁਰੂ ਮਿਹਰ ਕਰੇ ਸ਼ਬਦ ਵਿੱਚ ਸੁਰਤ ਜੋੜੀਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰ ਕਰ ਸ਼ਬਦ ਸੁਪੁੰਨ ਅਗਨ ਕਟੈ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰ। ਕੀ ਕਿਹਾ ਸੀ ਆਪਾਂ ਭਲਾ ਵੀ ਜ਼ੁਬਾਨ ਨਾਲ ਗੁਰੂ ਗੁਰੂ ਕਹਿਣਾ, ਗੁਰੂ ਕਹਿਣਾ ਨਹੀਂ ਹੁੰਦਾ। ਤੇ ਮਹਾਰਾਜ ਗੁਰੂ ਕਹਿਣਾ ਕੀ ਹੁੰਦਾ ਹੈ? ਗੁਰੂ ਕਹਿੰਦੇ ਤੇਰੀਆਂ ਅੱਖਾਂ ਵੀ ਗੁਰੂ ਕਹਿਣ, ਤੇਰੀ ਜ਼ੁਬਾਨ ਵੀ ਗੁਰੂ ਕਵੇ। ਗੁਰ ਨੈਣ ਅੱਖਾਂ, ਬੈਣ ਜ਼ੁਬਾਨ। ਹੁਣ ਅੱਖਾਂ ਗੁਰੂ ਗੁਰੂ ਕਿਵੇਂ ਕਹਿਣਗੀਆਂ ਭਲਾ? ਜ਼ੁਬਾਨ ਨਾਲ ਤੇ ਇਦਾਂ ਕਿਹਾ ਜਾਂਦਾ ਹੈ ਗੁਰੂ ਗੁਰੂ ਵਾਹਿਗੁਰੂ, ਅੱਖਾਂ ਕਿਵੇਂ ਕਹਿਣਗੀਆਂ? ਅੱਖਾਂ ਨੂੰ ਤੇ ਨਹੀਂ ਕਹਿਣਾ ਆਉਂਦਾ ਵਾਹਿਗੁਰੂ। ਹੁਣ ਤੁਹਾਡੇ ਚੋਂ ਕੋਈ ਪ੍ਰੈਕਟਿਸ ਕਰੋ ਭਲਾ, ਅੱਖਾਂ ਨਾਲ ਵਾਹਿਗੁਰੂ ਕਹਿ ਸਕਦੇ ਹੋ? ਮਾਈਕ ਰੱਖ ਦਿੰਦੇ ਹਾਂ ਅਸੀਂ, ਅੱਖਾਂ ਨਾਲ ਕੱਢ ਕੇ ਵਿਖਾਓ ਆਵਾਜ਼ ਤੁਸੀਂ। ਫਿਰ ਮਹਾਰਾਜ ਨੇ ਕਿਹਾ ਅੱਖਾਂ ਨਾਲ ਵੀ ਗੁਰੂ ਕਹਿਣਾ। ਅੱਖਾਂ ਨਾਲ ਗੁਰੂ ਕਿਵੇਂ ਕਹਿਣਾ? ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਕਰ ਜਾਣਾ,
ਅੱਖਾਂ ਨੂੰ ਇਹ ਸਿਖਾ, ਵੱਡੀ ਮਾਂ ਬਰਾਬਰ ਦੀ ਭੈਣ, ਛੋਟੀ ਧੀ। ਅੱਖਾਂ ਨੂੰ ਇਹ ਸਿਖਾ, ਵੱਡਾ ਪਿਤਾ ਸਮਾਨ, ਬਰਾਬਰ ਦਾ ਭਰਾ ਸਮਾਨ, ਛੋਟਾ ਪੁੱਤ ਸਮਾਨ। ਇਹ ਹੈ ਅੱਖਾਂ ਨਾਲ ਕਹਿਣਾ। ਗੁਰ ਨੈਣ ਬੈਣ ਗੁਰ ਗੁਰ ਕਰ, ਗੁਰ ਸਤ ਕਵ ਨਲ ਕਹਿ। ਜਿਨ ਗੁਰੂ ਨਹ ਦੇਖਿਓ ਨਹ ਕੀਓ। ਜਿਨੇ ਗੁਰੂ ਨਹੀਂ ਵੇਖਿਆ, ਜਿਹੜਾ ਗੁਰੂ ਮੇਰੇ ਗੁਰੂ ਨੇ ਵੇਖਣ ਲਈ ਕਿਹਾ ਸੀ, ਖੋਜ ਸ਼ਬਦ ਮੈਂ ਲੈ, ਜਿਨੇ ਇਹ ਗੁਰੂ ਨਹੀਂ ਵੇਖਿਆ, ਮੇਰੇ ਸੱਚੇ ਪਾਤਸ਼ਾਹ ਜੀ ਕਹਿੰਦੇ ਤੇ ਅਗਿਆਤ ਸੰਸਾਰ ਮੈਂ। ਉਹ ਸੰਸਾਰ ਵਿੱਚ ਆਏ ਤੇ ਨਾ ਆਏ ਇੱਕੋ ਜਿਹੇ ਨੇ। ਉਹ ਤਾਂ ਸੰਸਾਰ ਤੇ ਆਏ ਸਗੋਂ ਖਤਰਨਾਕ ਨੇ, ਨਾ ਹੀ ਆਉਂਦੇ ਇਹੋ ਜਿਹੇ ਬੰਦੇ ਜਿਨ੍ਹਾਂ ਨੇ ਗੁਰੂ ਹੀ ਨਹੀਂ ਵੇਖਿਆ ਅਜੇ ਤੱਕ। ਮੰਗਲਾਚਰਨ ਪੜਿਆ ਸੀ ਆਪਾਂ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ ਗੁਰੂ ਨਾਨਕ ਜਿਨ। ਹੁਣ ਸਮਝ ਲੱਗ ਗਈ ਗੁਰੂ ਕਿਵੇਂ ਸੁਣਨਾ ਤੇ ਗੁਰੂ ਕਿਵੇਂ ਵੇਖਣਾ। ਜੇ ਇਦਾਂ ਗੁਰੂ ਤੇ ਸੁਣਨਾ ਤੇ ਵੇਖਣਾ ਆ ਜਾਏ, ਸੇ ਫਿਰ ਗਰਬਾਸ ਨਾ ਭਰਿਆ ਰੇ। ਮਹਾਰਾਜ ਕਿਰਪਾ ਕਰੋ, ਅਸੀਂ ਇਸ ਗਰਭ ਦੀ, ਇਸ ਹੰਕਾਰ ਦੀ, ਇਸ ਅਗਿਆਨਤਾ ਦੀ ਦਲਦਲ ਵਿੱਚੋਂ ਬਾਹਰ ਨਿਕਲ ਕੇ ਸਹਿਜ ਸੱਚੇ ਪਾਤਸ਼ਾਹ ਜੀ ਦਾ ਸੁਨੇਹਾ ਲੋਕਾਂ ਤੱਕ ਪਹੁੰਚਾ ਸਕੀਏ। ਇਹ ਬਖਸ਼ਿਸ਼ ਸਾਡੇ ਤੇ ਕਰਿਓ। ਆਪਾਂ ਸਾਰੇ ਇਸ ਬੰਨੇ ਧਿਆਨ ਦਈਏ। ਸਭਨਾਂ ਦਾ ਧੰਨਵਾਦ। ਭੁੱਲਾਂ ਮੇਰੀਆਂ, ਸ਼ਬਦ ਕੋਈ ਚੰਗੇ ਲੱਗੇ ਹੋਣ, ਮੇਰੇ ਨਹੀਂ, ਸਹਿਜ ਸੱਚੇ ਪਾਤਸ਼ਾਹ ਜੀ ਦੇ ਬਾਣੀ ਦੇ ਹਨ। ਸਮੇਂ ਤੋਂ ਥੋੜਾ ਜਿਹਾ ਆਪਾਂ ਅੱਗੇ ਗਏ ਹਾਂ, ਉਹਦੇ ਲਈ ਮੈਂ ਮਾਫੀ ਵੀ ਚਾਹੁੰਦਾ, ਕਿਉਂਕਿ ਆਪਾਂ 8:45 ਵਜੇ ਸਮਾਪਤੀ ਕਰਦੇ ਸੀ, ਅੱਜ 9:05 ਹੋ ਗਏ ਨੇ। ਧੰਨਵਾਦ ਹੈ ਤੁਹਾਡਾ ਸਾਰਿਆਂ ਦਾ, ਤੁਸੀਂ ਅਦਬ ਸਤਿਕਾਰ ਨਾਲ ਬੈਠੇ ਰਹੇ ਹੋ। ਭੁੱਲਾਂ ਚੁੱਕਾ ਲਿਖੇਮਾ ਗੁਰੂ ਗ੍ਰੰਥ ਸਾਹਿਬ ਜੀ ਦਾ ਕਰੋ ਸ਼ੁਕਰ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਰਾਮ।